ਆਉਣ ਵਾਲੇ ਟਾਈਮ 'ਚ ਕਿਹੜੀ ਸਰਕਾਰ ਆਉਂਦੀ ਆ, ਕਿਹਦਾ ਗਠਬੰਧਨ ਕਾਮਯਾਬ ਹੁੰਦਾ, ਇਹ ਤਾਂ ਸਮਾਂ ਦੱਸੇਗਾ। ਹੋਈ ਆ ਕਿਸਾਨਾਂ ਕਰਕੇ ਉਹ ਚਾਂਸਿਸ ਇਹਨਾਂ ਦੇ ਬਹੁਤ ਘੱਟ ਸੀ। ਤੇ ਹੁਣ ਜਿਹੜਾ ਕੰਪੀਟੀਸ਼ਨ ਅਕਾਲੀ ਦਲ ਤੇ ਕਾਂਗਰਸ ਦੇ ਵਿੱਚ ਨਜ਼ਰ ਆ ਰਿਹਾ। ਖੜਾ ਉਹ ਜਲੰਧਰ ਤੋਂ ਆ, ਰਹਿੰਦਾ ਉਹ ਅੰਮ੍ਰਿਤਸਰ ਹੈ, ਤੇ ਇਹਦਾ ਕੋਈ ਫਾਇਦਾ ਨਹੀਂ ਕੰਮ ਕਰਨ ਦਾ। ਉਹਨਾਂ ਨੇ ਸਾਰੀ ਜਨਤਾ ਦੇ ਸਾਹਮਣੇ ਬਹੁਤ ਵਾਅਦੇ ਕੀਤੇ ਸੀ, ਘਰ ਘਰ ਨੌਕਰੀ ਦੇਵਾਂਗਾ। ਅੱਜ ਕਿਸੇ ਘਰ ਦੇ ਵਿੱਚ ਕੋਈ ਨੌਕਰੀ ਨਹੀਂ ਦਿੱਤੀ ਗਈ। ਪੈਟਰੋਲ ਦੀ ਕੀਮਤਾਂ ਦੀ ਗੱਲ ਕਰਾਂਗੇ ਤਾਂ ਸਟੇਟ ਗਵਰਨਮੈਂਟ ਨੇ ਟੈਕਸ ਲਾਇਆ 37 ਰੁਪਏ 25 ਪੈਸੇ। ਸਟੇਟ ਗਵਰਨਮੈਂਟ ਨੂੰ ਚਾਹੀਦਾ ਸਸਤਾ ਕਰਨਾ ਚਾਹੁੰਦੀ, ਆਪਣਾ ਟੈਕਸ ਘਟਾ ਲਵੇ। 6 ਮਹੀਨੇ ਘੱਟੋ ਘੱਟ ਸਾਨੂੰ ਮਿਲਣ, ਜਿੱਦਾਂ ਹੁਣ 6 ਮਹੀਨੇ ਮਿਲੇ। ਫਟਾਫਟ ਦੇਖੋ ਸੜਕਾਂ ਆ ਜਾਣ। ਤੁਹਾਡੇ ਕੈਮਰਾਮੈਨ ਨੂੰ ਕਹੂੰਗਾ ਸੜਕ ਦਿਖਾਈ ਜਾਏ। ਦੇਖੋ ਇਲੈਕਸ਼ਨ ਆ ਰਹੀਆਂ, 6 ਮਹੀਨੇ ਪਏ ਆ, ਸੜਕਾਂ ਬਣ ਗਈਆਂ ਜਿਹੜੀਆਂ 17 ਸਾਲਾਂ ਤੋਂ ਨਹੀਂ ਬਣੀਆਂ ਸੀਗੀਆਂ। ਇਹ ਸਾਰੀਆਂ ਮਤਲਬ ਦੀਆਂ ਸਰਕਾਰਾਂ ਆ। ਜਦੋਂ ਇਹਨਾਂ ਨੂੰ ਮਤਲਬ ਹੁੰਦਾ ਉਦੋਂ ਇਹ ਫਟਾਫਟ ਕੰਮ ਕਰਦੀਆਂ ਆ। ਜਦੋਂ ਨਹੀਂ ਮਤਲਬ ਹੁੰਦਾ ਫਿਰ ਤੂੰ ਕੌਣ ਤਾਂ ਮੈਂ ਕੌਣ ਪਛਾਣਨਾ ਹੀ ਨਹੀਂ, ਚਾਹੇ ਕੋਈ ਲੀਡਰ ਹੋਵੇ। ਅੱਤਵਾਦ ਸੀਗਾ ਪੰਜਾਬ 'ਚ ਕਿੰਨੇ ਸਾਲ ਚੱਲਿਆ, ਜਦ ਖਤਮ ਕਰਨੇ 'ਚ ਆਇਆ 6 ਮਹੀਨੇ 'ਚ ਖਤਮ ਕਰਤਾ ਉਹਨਾਂ ਨੇ। मेरी दिली राय है, उदा तो मैं अकाली पार्टी वालों हाँ, लेकिन मेरी दिली राय है कि इस बार मैं वोट बंदा देख के पानी है, पार्टी देख के नहीं पानी। नजर भी साढ़े MLA साहब तो आए ही नहीं, वो तो वही 4 कार में, वही 4 अखबार में, वही 4 इश्तिहार में। ਸਤਿ ਸ਼੍ਰੀ ਅਕਾਲ ਜੀ, ਨਮਸਕਾਰ। ਤੁਸੀਂ ਦੇਖ ਰਹੇ ਹੋ ਗਲੋਬਲ ਹੈਡਲਾਈਨ ਨਿਊਜ਼ ਤੇ ਮੈਂ ਅਭੀ ਕੇਸਰ ਇੱਕ ਵਾਰ ਫਿਰ ਤੋਂ ਤੁਹਾਡੇ ਨਾਲ ਸ਼ੋਅ ਲੈ ਕੇ ਹਾਜ਼ਰ ਹੋਏ ਹਾਂ। ਇਸ ਵਾਰ ਕਿਹੜੀ ਸਰਕਾਰ ਸ਼ੋਅ ਇਜ਼ ਸਪਾਂਸਰਡ ਬਾय ਬ੍ਰਿਟਿਸ਼ ਆਇਲਸ ਅਕੈਡਮੀ ਡਿਫੈਂਸ ਕਲੋਨੀ ਜਲੰਧਰ। ਜਿਵੇਂ ਆਪਾਂ ਹਰ ਵਾਰ ਹਰ ਸ਼ਹਿਰ ਦੇ ਵਿੱਚ ਹਰ ਪਿੰਡਾਂ ਦੇ ਵਿੱਚ ਲੋਕਾਂ ਨਾਲ ਜਾ ਕੇ ਗੱਲਬਾਤ ਕਰਦੇ ਹਾਂ ਕਿ 2022 ਦੀਆਂ ਵੋਟਾਂ ਨੂੰ ਲੈ ਕੇ, ਚੋਣਾਂ ਨੂੰ ਲੈ ਕੇ ਸਾਡੇ ਲੋਕਾਂ ਦਾ ਕੀ ਵਿਚਾਰ ਹੈ, ਅਸੀਂ ਲੋਕ ਕਿਸ ਤਰੀਕੇ ਨਾਲ 2022 ਦੀਆਂ ਵੋਟਾਂ ਵੱਲ ਦੇਖਦੇ ਹਾਂ, ਸੋਚਦੇ ਹਾਂ, ਵਿਚਾਰ ਵਟਾਂਦਰਾ ਕਰਦੇ ਹਾਂ ਲੋਕਾਂ ਨਾਲ ਜਾ ਕੇ। ਇਸ ਲਈ ਲੋਕਾਂ ਦੇ ਸੱਚੇ ਰਿਵਿਊ, ਲੋਕਾਂ ਦੀ ਸੱਚੀ ਆਵਾਜ਼ ਤੁਹਾਡੇ ਤੱਕ ਤੇ ਸਰਕਾਰੀ ਦਰਬਾਰ ਤੱਕ ਪਹੁੰਚਾਉਂਦੇ ਹਾਂ। ਅੱਜ ਅਸੀਂ ਆਏ ਹਾਂ ਜੀ ਸ਼ੋਅ ਕਰਨ ਜਲੰਧਰ ਕੈਂਟ ਦੀ ਮਾਰਕੀਟ ਦੇ ਵਿੱਚ। ਸਾਡੇ ਨਾਲ ਇੱਥੇ ਮਾਰਕੀਟ ਦੇ ਬੰਦੇ ਸਾਰੇ ਖੜੇ ਹੋਏ ਨੇ। ਸਭ ਤੋਂ ਪਹਿਲਾਂ ਬਹੁਤ ਬਹੁਤ ਸਰ ਸ਼ੁਕਰਗੁਜ਼ਾਰ ਤੁਹਾਡਾ ਕਿ ਤੁਸੀਂ ਸਾਡੇ ਇਸ ਸ਼ੋਅ ਵਿੱਚ ਹਾਜ਼ਰ ਹੋਏ ਹੋ ਅਤੇ ਸਾਨੂੰ ਮੌਕਾ ਦਿੱਤਾ ਸਰ ਤੁਹਾਡੇ ਤੱਕ ਆਉਣ ਦਾ। ਅਤੇ ਅੱਜ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ 2022 ਦੇ ਇਲੈਕਸ਼ਨ ਨੂੰ ਲੈ ਕੇ ਆਪਾਂ ਕਿਸ ਤਰੀਕੇ ਨਾਲ ਦੇਖਦੇ ਹਾਂ ਚੋਣਾਂ ਨੂੰ। ਸਰ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਸਰ ਆਪਣਾ? ਮਿਲਿੰਦ। ਅਤੇ ਇੱਥੇ ਕੀ ਕਰਦੇ ਸਰ ਆਪਾਂ ਮਾਰਕੀਟ ਦੇ ਵਿੱਚ? ਮੇਰੀ ਸ਼ੌਪ ਹੈ ਸਰ। ਸ਼ੌਪ ਹੈ। ਅਤੇ ਸਰ 2022 ਦੇ ਇਲੈਕਸ਼ਨ ਨੂੰ ਲੈ ਕੇ ਆਪਾਂ ਕਿਸ ਤਰੀਕੇ ਨਾਲ ਸੋਚ ਰਹੇ ਹਾਂ? ਡਿਪੈਂਡ ਕਰਦਾ ਕਿ ਇਕੋਨਮੀ ਜਿਹੜਾ ਇਕੋਨਮੀ ਦੇ ਲਈ ਅੱਛਾ ਕਰੂਗਾ ਉਹਨੂੰ ਡਿਪੈਂਡ ਕਰੂਗਾ, ਉਹੀ ਇਲੈਕਟ ਕਰੂਗਾ। ਅਤੇ ਆਪਣੇ ਅਕੋਰਡਿੰਗਲੀ ਅਗਰ ਆਪਾਂ 2022 'ਚ ਵੋਟ ਪਾਉਣੀ ਤਾਂ ਉਹ ਕਿਸ ਤਰੀਕੇ ਨਾਲ ਪਾਓਗੇ? ਵੋਟਿੰਗ ਹੈ ਇਹ ਤਾਂ ਉਸ ਟਾਈਮ 'ਤੇ ਕੌਣ ਖੜਾ ਹੁੰਦਾ ਉਹਦੇ 'ਤੇ ਡਿਪੈਂਡ ਕਰਦਾ, ਉਹ ਕਿੱਦਾਂ ਦੇ ਪ੍ਰੋਪਾਗੈਂਡਾ ਰੱਖਦਾ, ਕਿੱਦਾਂ ਦੇ ਅਮੈਂਡਮੈਂਟ ਲੈ ਕੇ ਆਉਂਦਾ, ਉਹਦੇ 'ਤੇ ਡਿਪੈਂਡ ਕਰਦਾ। ਇੱਕ ਆਪਣਾ ਨਾ ਪ੍ਰੋਪਾਗੈਂਡਾ ਹੁੰਦਾ ਕਿ ਅਸੀਂ ਇਲੈਕਸ਼ਨ ਦੇ ਵੋਟ, ਬਿਕਾਜ਼ ਆਪਾਂ ਨੂੰ ਹੁਣ ਤੁਹਾਡੀ ਕਿੰਨੀ ਉਮਰ ਹੋ ਗਈ ਸਰ? ਮੇਰੀ 26 ਹੈ। 26 ਉਮਰ ਹੋ ਗਈ ਹੈ ਨਾ। ਤੁਸੀਂ ਮਤਲਬ ਕਿ 3 ਵਾਰ ਵੋਟ ਪਾ ਚੁੱਕੇ ਹੋ ਨਾ। ਆਪਾਂ ਕਿਸ ਤਰੀਕੇ ਨਾਲ ਸੋਚ ਕੇ ਵੋਟ ਪਾਉਂਦੇ ਹਾਂ? ਕਾਫੀ ਫੈਕਟਰ ਹੈ, ਕੋਈ ਸਿੰਗਲ ਫੈਕਟਰ ਨਹੀਂ ਹੈ। ਉਸ ਟਾਈਮ 'ਤੇ ਡਿਪੈਂਡ ਕਰਕੇ ਕੈਲਕੂਲੇਟ ਕਰਕੇ ਫਿਰ ਰਿਜ਼ਲਟ ਆ ਜਾਂਦਾ। ਸਰ ਹੁਣ ਜਿਵੇਂ ਕਿ ਇਲੈਕਸ਼ਨਸ ਹੋਣ ਜਾ ਰਹੇ ਆ, 6 ਮਹੀਨੇ ਰਹਿ ਗਏ ਨੇ, ਇਹ ਸਾਲ ਪੂਰਾ ਹੁਣ 2022 'ਚ ਆ ਰਹੀਆਂ ਨੇ, ਅਤੇ ਸਿਆਸੀ ਉਥਲ ਪੁਥਲ ਬਹੁਤ ਹੋ ਰਹੀ ਹੈ ਨਾ। ਉਹ ਹੁੰਦੀਆਂ ਵੀ ਆ ਕਿਤੇ ਨਾ ਕਿਤੇ। ਉਸ ਤਰੀਕੇ ਨਾਲ ਕੀ ਕਹਿਣਾ ਚਾਹੋਗੇ ਤੁਸੀਂ? ਸਰ ਸਿਆਸੀ ਉਥਲ ਪੁਥਲ ਜਿਹੜੀ ਹੈ ਨਾ ਜੀ, ਇਹ ਤਾਂ ਹੁੰਦੀਆਂ ਹੀ ਰਹਿਣੀਆਂ, ਕਿਉਂਕਿ ਸਾਡੇ ਪੰਜਾਬ ਦੇ ਵਿੱਚ ਜਿਹੜੀ ਸਿਆਸਤ ਚੱਲਦੀ ਆ ਇਹ ਬਹੁਤ ਵਧੀਆ ਸਿਆਸਤ ਨਹੀਂ ਆਪਾਂ ਇਹਨੂੰ ਕਹਿ ਸਕਦੇ। ਇਹ ਇਹਨਾਂ ਦਿਨਾਂ ਦੇ ਵਿੱਚ ਜਦੋਂ ਇਲੈਕਸ਼ਨਸ ਆਉਂਦੇ ਆ 4 5 6 ਮਹੀਨੇ ਪਹਿਲਾਂ, ਇਹ ਉਥਲ ਪੁਥਲ ਨੈਚੁਰਲ ਆ, ਹੋਣੀਆਂ ਹੁੰਦੀਆਂ। ਸੈਕੰਡਲੀ ਜਿਹੜੀ ਸਰਕਾਰ ਪੰਜਾਬ 'ਚ ਚੱਲ ਰਹੀ ਆ, ਆਉਣ ਵਾਲੇ ਟਾਈਮ 'ਚ ਕਿਹੜੀ ਸਰਕਾਰ ਆਉਂਦੀ ਆ, ਕਿਹਦਾ ਗਠਬੰਧਨ ਕਾਮਯਾਬ ਹੁੰਦਾ, ਇਹ ਤਾਂ ਸਮਾਂ ਦੱਸੇਗਾ। ਜੇ ਹੁਣ ਆਪਾਂ ਗੱਲ ਕਰੀਏ ਕਿ ਜਿਵੇਂ ਪਹਿਲਾ ਗਠਬੰਧਨ ਅਕਾਲੀ ਦਲ ਦਾ ਸੀਗਾ ਜੀ ਭਾਜਪਾ ਦੇ ਨਾਲ, ਅਤੇ ਹੁਣ ਉਹਨਾਂ ਨੇ ਕੱਟ ਕੇ BSP ਨਾਲ ਹੋ ਗਏ ਆ। ਤਾਂ ਕਿਤੇ ਨਾ ਜੋ BSP ਨਾਲ ਜਦੋਂ ਅਸੀਂ ਗੱਲ, ਉਹਨਾਂ ਦੀ ਪਾਰਟੀ ਨੇ ਕਈ ਲੋਕ ਪਾਕੂਆਂ ਨਾਲ ਗੱਲ ਕੀਤੀ, ਉਹਨਾਂ ਨੇ ਕਿਹਾ ਕਿ ਇਹ ਗਠਬੰਧਨ ਬਹੁਤ ਪਹਿਲਾਂ ਹੋ ਜਾਣਾ ਜਿਹੜਾ ਸੀ, ਕਿਤੇ ਰਹਿ ਗਿਆ। ਬਿਲਕੁਲ ਸਹੀ ਗੱਲ ਕਹੀ ਆ ਇਹ, ਕਿਉਂਕਿ ਜਿਹੜਾ ਗਠਬੰਧਨ BJP ਔਰ ਅਕਾਲੀ ਦਲ ਦਾ ਸੀਗਾ, ਨੋ ਡਾਊਟ ਬਹੁਤ ਵਧੀਆ ਗਠਬੰਧਨ ਰਿਹਾ ਇਹ। ਲੇਕਿਨ ਸਿਆਸਤ ਇੱਕ ਐਸੀ ਚੀਜ਼ ਆ, ਇਹਦੇ ਵਿੱਚ ਕੁਝ ਨਹੀਂ ਕਿਹਾ ਜਾ ਸਕਦਾ ਕਿ ਅੱਜ ਕੀ ਆ ਔਰ ਕੱਲ੍ਹ ਕੀ ਹੋਊਗਾ। ਜਿਹੜਾ BSP ਦਾ ਗਠਬੰਧਨ ਸੀਗਾ, ਹੁਣ ਹਰ ਸਰਕਾਰ ਇਹ ਚਾਹੁੰਦੀ ਆ, ਹਰ ਲੀਡਰ ਇਹ ਚਾਹੁੰਦਾ ਕਿ ਮੇਰੀ ਸਰਕਾਰ ਆਵੇ, ਤਾਂ ਉਹਨਾਂ ਨੇ ਹਰ ਪੱਖੋਂ ਇਹ ਦੇਖਣਾ ਆ ਕਿ ਅਸੀਂ ਕਿਹਦੇ ਨਾਲ ਗਠਬੰਧਨ ਕਰੀਏ ਜਿਹਦੇ ਨਾਲ ਸਾਡੀ ਸਰਕਾਰ ਆਵੇ। ਅਕਾਲੀ ਦਲ ਨੇ ਗਠਬੰਧਨ ਇਸ ਕਰਕੇ ਕੀਤਾ, ਉਹਨਾਂ ਕੋਲ ਸਬਸਟੀਟਿਊਟ ਕੋਈ ਨਹੀਂ ਸੀਗਾ ਹੋਰ। ਹੁਣ BJP ਕਿਹਦੇ ਨਾਲ ਗਠਬੰਧਨ ਕਰਦੀ ਆ, ਆਮ ਆਦਮੀ ਪਾਰਟੀ ਕਿਹਦੇ ਨਾਲ ਕਰਦੀ ਆ, ਇਹ ਤਾਂ ਸਮਾਂ ਦੱਸੂਗਾ। ਜੇ ਆਪਾਂ ਗੱਲ ਕਰੀਏ ਕਿ ਅਕਾਲੀ ਦਲ ਹਮੇਸ਼ਾ ਗਠਬੰਧਨ ਦੇ ਨਾਲ ਹੀ ਆਈ, ਮੈਂ ਸਰ ਤੁਹਾਡੇ ਨਾਲ ਗੱਲ ਕਰਨਾ ਚਾਹੂੰਗਾ
ਅਕਾਲੀ ਦਲ ਗਠਬੰਧਨ ਪਹਿਲਾਂ ਭਾਜਪਾ ਨਾਲ ਸੀਗਾ, ਹੁਣ ਬਸਪਾ ਦੇ ਨਾਲ ਹੋ ਰਿਹਾ। ਤੇ ਹੁਣ ਬਾਕੀ ਅਗਰ ਸਰਕਾਰਾਂ ਦੀ ਗੱਲ ਕਰੀਏ, ਹਾਲੇ ਗਠਬੰਧਨ ਉਹਨਾਂ ਦਾ ਕੋਈ ਸਾਹਮਣੇ ਨਹੀਂ ਆਇਆ। ਜੇ ਸੁਖਪਾਲ ਸਿੰਘ ਖਹਿਰਾ ਸੀਗੇ ਉਹ ਪਹਿਲਾਂ ਆਪ 'ਚ ਸੀਗੇ, ਹੁਣ ਉਹ ਮੁੜ ਦੁਬਾਰਾ ਕਾਂਗਰਸ 'ਚ ਆ ਗਏ ਨੇ। ਤੇ ਇਸ ਬਾਰੇ ਕੀ ਕਹਿਣਾ ਚਾਹੋਗੇ? ਇਹ ਤਾਂ ਹੁੰਦਾ ਹੀ ਰਹਿਣਾ ਜੀ, ਜਦ ਤੱਕ ਇਹਨਾਂ ਦੇ ਇਲੈਕਸ਼ਨ ਚੱਲਣੇ ਆ ਤਦ ਤੱਕ ਇਦਾਂ ਦੀ ਉਥਲ ਪੁਥਲ ਹੋਣੀ ਹੈ। ਇਸ ਵਾਰੀ ਜੋ ਲੱਗ ਰਿਹਾ ਬਹੁਜਨ ਸਮਾਜ ਪਾਰਟੀ ਤੇ ਅਕਾਲੀ ਦਲ ਦੇ ਇਕੱਠੇ ਹੋਣ ਨਾਲ, ਇਹ ਪਹਿਲੇ ਤਾਂ ਲੱਗਦਾ ਸੀ ਕਾਂਗਰਸ ਸਿੰਗਲ ਹੈਂਡਡਲੀ ਆਏਗੀ, ਪਰ ਹੁਣ ਇਦਾਂ ਦਾ ਕੁਝ ਨਹੀਂ ਹੈ। ਹੁਣ ਮਿਲੀ ਜੁਲੀ ਸਰਕਾਰ ਦੇ ਚਾਂਸ ਜ਼ਿਆਦਾ ਲੱਗ ਰਹੇ ਹੋ। ਤੇ 2022 ਦੇ ਇਲੈਕਸ਼ਨ ਨੂੰ ਤੁਸੀਂ ਆਪਣੇ ਅਕੋਰਡਿੰਗ ਕਿਸ ਤਰੀਕੇ ਦੇਖਦੇ ਹੋ? ਇਸ ਵਾਰੀ ਥੋੜਾ ਪ੍ਰੈਡਿਕਟ ਕਰਨਾ ਔਖਾ ਹੈ। ਜੇ ਗਠਬੰਧਨ ਤੋਂ ਪਹਿਲੇ ਕਹਿਣਾ ਹੁੰਦਾ ਤੇ ਕਹਿਣਾ ਸੀ ਕਾਂਗਰਸ ਹੀ ਆਏਗੀ, ਬੀਜੇਪੀ ਤਾਂ ਕਿਸੇ ਹਾਲਤ 'ਚ ਨਹੀਂ ਆਏਗੀ, ਕਿਉਂਕਿ ਪੰਜਾਬ ਦੀ ਜੋ ਪੋਜੀਸ਼ਨ ਹੋਈ ਹੈ ਕਿਸਾਨਾਂ ਕਰਕੇ, ਉਹ ਚਾਂਸਿਸ ਇਹਨਾਂ ਦੇ ਬਹੁਤ ਘੱਟ ਸੀ। ਤੇ ਹੁਣ ਜਿਹੜਾ ਕੰਪੀਟੀਸ਼ਨ ਅਕਾਲੀ ਦਲ ਤੇ ਕਾਂਗਰਸ ਦੇ ਵਿੱਚ ਨਜ਼ਰ ਆ ਰਿਹਾ। ਤੇ ਮੈਂ ਹੁਣ ਗੱਲ, ਜੇ ਕੋਈ ਆਪਣਾ ਬੰਦਾ ਆਪਣਾ ਕੋਈ ਪੱਖ ਰੱਖਣਾ ਚਾਹਵੇ, ਮੈਨੂੰ ਪਲੀਜ਼ ਦੱਸ ਸਕਦਾ ਹੈ ਉਹ ਤੁਹਾਡੇ ਵਿੱਚ। ਗੱਲ ਇਹ ਹੈ ਕਿ ਆਪਾਂ ਇਹੀ ਦੇਖਣਾ ਕਿ ਸਾਡਾ ਮੇਨ ਮਕਸਦ ਇਹੀ ਹੈ ਕਿ 2000, ਕਿਉਂਕਿ ਨਾ ਬਹੁਤ ਲੋਕੀ ਪਰੇਸ਼ਾਨ ਆ ਹਾਲੇ, ਕਿਉਂਕਿ ਉਥਲ ਪੁਥਲ ਹੋ ਰਹੀ ਹੈ, ਸਿਆਸੀ ਖੇਡਸਾਂ ਵੀ ਹੋ ਰਹੀਆਂ ਹੈ, ਆਪਾਂ ਦੇਖਦੇ ਵੀ ਆ ਰਹੇ ਹਾਂ। ਸੋ ਜਨਤਾ ਕਈ ਵਾਰ ਸੋਚਦੀ ਹੈ ਕਿ ਕਨਫਿਊਜ਼ ਹੁੰਦੀ ਕਿ ਅਸੀਂ ਕਿਸ ਤਰੀਕੇ ਨਾਲ ਆਪਣੀ ਵੋਟ ਦਾ ਇਸਤੇਮਾਲ ਕਰੀਏ। ਅਸੀਂ ਆਮ ਲੋਕਾਂ ਨੇ ਵੋਟ ਪਾ ਕੇ ਸਰਕਾਰ ਬਣਾਉਣੀ ਹੈ, ਸਰਕਾਰ ਅੱਗੋਂ ਬਾਅਦ 'ਚ ਹੀ ਸਾਡੇ ਨਾਲ ਕੀ ਕਰਦੀ ਹੈ ਉਹ ਬਾਅਦ ਦਾ ਗੱਲ ਹੁੰਦਾ, ਲੇਕਿਨ ਵੋਟ ਦੇਣ ਤੱਕ ਦਾ ਜੋ ਹੱਕ ਹੁੰਦਾ ਉਹ ਸਾਡਾ ਹੁੰਦਾ। ਹਾਂਜੀ ਭਾਜੀ। ਦੇਖੋ ਗੱਲ ਇਦਾਂ ਹੈ ਜੀ, ਵੋਟਾਂ ਪਾਉਣ ਦਾ ਹੱਕ ਤਾਂ ਸਾਡਾ ਹੈਗਾ, ਲੇਕਿਨ ਸਰਕਾਰਾਂ, ਮੈਂ ਸੋਚਦਾ ਕਿ ਸਾਰੀਆਂ ਸਰਕਾਰਾਂ ਇੱਕੋ ਹੀ ਥੈਲੀ ਦੇ ਚੱਟੇ ਬੱਟਿਆਂ 'ਚ ਹੀ ਆ। ਕਿਉਂਕਿ ਇਹ ਜਦੋਂ ਵਾਅਦੇ ਹੋਰ ਕਰਦੀਆਂ ਆ, ਜਦੋਂ ਜਿੱਤ ਜਾਂਦੀਆਂ ਤਾਂ ਵਾਅਦੇ ਇਹਨਾਂ ਦੇ ਭੁੱਲ ਜਾਂਦੇ ਆ, ਕੰਮ ਨਹੀਂ ਕਰਦੀਆਂ। ਇਹ ਸਾਰੀਆਂ ਸਰਕਾਰਾਂ ਦਾ ਇਹ ਹਾਲ ਆ। ਲੇਕਿਨ ਹੁਣ ਜਿਹੜੀ 2022 ਦੀ ਇਲੈਕਸ਼ਨ ਆ, ਅਸੀਂ ਇਹਦੇ 'ਚ ਇਹ ਨੇੜੇ ਜਾ ਕੇ ਦੇਖਾਂਗੇ, ਅਸੀਂ ਨੇੜੇ ਜਾ ਕੇ ਦੇਖਾਂਗੇ ਕਿ ਕਿਹੜੀ ਸਰਕਾਰ ਦਾ ਪੱਖ ਭਾਰਾ ਆ, ਕਿਹੜੀ ਪ੍ਰੋਮਿਸ ਵਧੀਆ ਕਰਦੀ ਆ, ਕਿਹੜੀ ਸਰਕਾਰ ਤੇ ਸਾਨੂੰ ਆਸਾਂ ਆ, ਉਹਦੇ ਅਕੋਰਡਿੰਗਲੀ ਅਸੀਂ ਵੋਟਿੰਗ ਕਰਾਂਗੇ। ਐਤਕੀ ਹੁਣ ਜਿਹੜਾ ਵੋਟਰ ਆ ਬਹੁਤ ਸਿਆਣਾ ਹੋ ਚੁੱਕਾ, ਉਹ ਹਰ ਚੀਜ਼ ਹਰ ਪੱਖੋਂ ਇਹ ਸੋਚ ਲੈਂਦਾ, ਇਹ ਦੇਖ ਲੈਂਦਾ, ਪਰਖ ਲੈਂਦਾ ਵੀ ਕਿਹੜਾ ਬੰਦਾ ਕਿਹੜਾ ਕੰਮ ਕਰਨ ਵਾਲਾ, ਕਿਹੜਾ ਕੰਮ ਕਰਨ ਵਾਲਾ ਨਹੀਂ ਹੈਗਾ। ਹੁਣ ਇਹ ਸਮਾਂ ਦੱਸੇਗਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਕਿਹਦੀ ਸਰਕਾਰ ਆਉਂਦੀ ਆ, ਕਿਹਨੂੰ ਅਸੀਂ ਪ੍ਰਪੋਜ਼ ਕਰਦੇ ਅਸੀਂ। ਮੈਂ ਸਰ ਤੁਸੀਂ ਇੱਥੇ ਆਇਓ ਜਰਾ ਥੋੜ੍ਹਾ। ਮੈਂ ਬਿਕਾਜ਼ ਤੁਸੀਂ ਲੋਕ ਨਾ ਬੜੇ ਸਿਆਣੇ ਦਰਾਜ਼ ਹੋ, ਇਸ ਕਰਕੇ ਮੈਂ ਤੁਹਾਡੀ ਰਾਏ ਲੈ ਰਿਹਾ, ਕਿਉਂਕਿ ਸਿਆਣਿਆਂ ਨੂੰ ਤਜਰਬਾ ਹੁੰਦਾ ਸਰ, ਹੈ ਨਾ। ਤੇ ਬਿਕਾਜ਼ ਅਸੀਂ ਸਾਰੇ ਯੰਗਸਟਰ ਆ, ਕਿਉਂਕਿ ਜਿਨ੍ਹਾਂ ਨੇ ਪਹਿਲੀ ਵਾਰ ਵੋਟ ਪਾਣੀ ਆ ਜਾਂ ਜਿਹਦੇ ਹਾਲੇ 1-2 ਵਾਰ ਵੋਟ ਪਾਈ, ਉਹਨਾਂ ਨੂੰ ਸ਼ਾਇਦ ਹਾਲੇ ਸਾਨੂੰ ਘਰਦਿਆਂ ਨੇ ਕਿ ਉਹਨੂੰ ਵੋਟ ਪਾ ਲਾ, ਮੈਂ ਉਹਨੂੰ ਵੋਟ ਪਾਤੀ, ਜਾਂ ਮੇਰੇ ਘਰ ਦੇ ਜਿਹੜੇ ਪ੍ਰੈਫਰ 'ਚ ਆ। ਹੁਣ ਤੁਸੀਂ ਮੈਨੂੰ ਇਹ ਦੱਸ ਦਿਓ ਕਿ ਸਰ ਅੱਗੇ ਆਇਓ ਥੋੜ੍ਹਾ ਜਿਹਾ, ਕਿ ਆਪਾਂ ਕਿਸ ਅਕੋਰਡਿੰਗਲੀ, ਕਿ ਯੰਗਸਟਰ ਨੂੰ ਕਿਸ ਅਕੋਰਡਿੰਗ ਦੇਖਣਾ ਚਾਹੀਦਾ ਕਿ ਮੈਨੂੰ ਆਹ ਪਾਰਟੀ ਨੂੰ ਮੈਂ ਜ਼ਿਆਦਾ ਪ੍ਰੈਫਰ ਕਰਾਂ। ਗੱਲ ਇਹ ਹੈ ਕਿ ਜੋ ਯੰਗਸਟਰ ਹੈ, ਨੌਜਵਾਨ ਹੈ, ਉਹਨੂੰ ਇਹ ਦੇਖਣਾ ਚਾਹੀਦਾ ਜਿਹੜਾ ਬੈਸਟ ਕੈਂਡੀਡੇਟ ਹੈ ਉਹਨੂੰ ਪਾਉਣਾ ਚਾਹੀਦਾ। ਉਹਨੂੰ ਕਾਂਗਰਸ, ਬੀਜੇਪੀ, ਬੀਐਸਪੀ ਕੁਛ ਨਹੀਂ ਦੇਖਣੀ ਚਾਹੀਦੀ। ਜੋ ਰਾਈਟ ਬੰਦਾ ਉਹਨੂੰ ਦੇਣੀ ਚਾਹੀਦੀ ਵੋਟ। ਬਟ ਉਹਦੀ ਪਛਾਣ ਕਿਵੇਂ ਕਰਨੀ ਆਪਾਂ? ਪਛਾਣ ਇਹ ਹੈ ਕਿ ਤੁਹਾਨੂੰ ਇੱਕ ਤੱਕ ਲੋਕਲ ਕੈਂਡੀਡੇਟ ਹੋਣਾ ਚਾਹੀਦਾ ਸਭ ਤੋਂ ਪਹਿਲੇ ਤਾਂ। ਉਹਦੇ ਬਾਅਦ ਸਾਰਾ ਹੁਣ ਖੜਾ ਉਹ ਜਲੰਧਰ ਤੋਂ ਹੈ, ਰਹਿੰਦਾ ਉਹ ਅੰਮ੍ਰਿਤਸਰ ਹੈ, ਤੇ ਇਹਦਾ ਕੋਈ ਫਾਇਦਾ ਨਹੀਂ ਕੰਮ ਕਰਨ ਦਾ। ਲੋਕਲ ਕੈਂਡੀਡੇਟ ਹੀ ਖੜਾ ਹੋਣਾ ਚਾਹੀਦਾ, ਔਰ ਜਿਹੜਾ ਪਪੂਲਰ ਹੋਵੇ, ਜੋ ਸਾਰਾ ਜਾਣਦੇ ਹੋਣ, ਸਭ ਕੁਝ ਜਾਣਦੇ ਹੋ, ਉਸ ਬੰਦੇ ਨੂੰ ਖੜਾ ਕਰਨਾ ਚਾਹੀਦਾ। ਤੇ ਸਰ ਮੈਂ ਤੁਹਾਡੇ ਕੋਲ ਆਉਣਾ ਜੀ, ਕਿ ਆਪਾਂ 2022 ਦੀ ਵੋਟਾਂ ਨੂੰ ਤੁਸੀਂ ਆਪਣੇ ਅਕੋਰਡਿੰਗ ਕਿਸ ਤਰੀਕੇ ਨਾਲ ਦੇਖਦੇ ਹੋ? ਕਿ ਹੁਣ ਕਿਉਂਕਿ ਉਥਲ ਪੁਥਲ ਵੀ ਚੱਲ ਰਹੀ ਹੈ, ਸਿਆਸੀ ਖੇਡਾਂ ਚੱਲਦੀਆਂ ਰਹਿੰਦੀਆਂ ਨੇ, ਤੁਸੀਂ ਉਸ ਅਕੋਰਡਿੰਗ ਕੀ ਕਹਿਣਾ ਚਾਹੋਗੇ? 2022 ਦੇ ਵਿੱਚ ਜਿਹੜੇ ਚੁਣਾਵ ਹੋਣ ਜਾ ਰਹੇ ਨੇ ਪੰਜਾਬ ਦੇ ਬਾਰੇ, ਇਸ ਵਾਰ ਕਾਫੀ ਸਮੇਂ ਬਾਅਦ ਇਸ ਤਰ੍ਹਾਂ ਦੇ ਚੁਣਾਵ ਵੇਖਣ ਨੂੰ ਮਿਲਣਗੇ। ਪੰਜਾਬ ਦੀ ਜਿਹੜੀ ਜਨਤਾ 2017 ਦੇ ਵਿੱਚ ਧੋਖਾ ਖਾ ਚੁੱਕੀ ਹੈ ਕੈਪਟਨ ਸਰਕਾਰ ਕੋਲੋਂ। ਕੈਪਟਨ ਸਰਕਾਰ ਨੇ ਗੁਟਕਾ ਸਾਹਿਬ ਹੱਥ 'ਚ ਫੜ ਕੇ ਤਰਨਤਾਰਨ ਦੇ ਵਿੱਚ ਬਹੁਤ ਵੱਡੀ ਰੈਲੀ ਦੇ ਵਿੱਚ ਉਹਨਾਂ ਨੇ ਸਾਰੀ ਜਨਤਾ ਦੇ ਸਾਹਮਣੇ ਬਹੁਤ ਵਾਅਦੇ ਕੀਤੇ ਸੀ, ਘਰ ਘਰ ਨੌਕਰੀ ਦੇਵਾਂਗਾ। ਅੱਜ ਕਿਸੇ ਘਰ ਦੇ ਵਿੱਚ ਕੋਈ ਨੌਕਰੀ ਨਹੀਂ ਦਿੱਤੀ ਗਈ। ਉਸ ਤੋਂ ਬਾਅਦ ਉਹਨਾਂ ਕਿਹਾ ਸੀ ਹਰ ਯੂਥ ਨੂੰ, ਆਪ ਜੀ ਯੂਥ ਦੀ ਗੱਲ ਕਰ ਰਹੇ ਨੇ ਤੇ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਦੱਸਣਾ ਚਾਹਾਂਗੇ, ਹਰ ਕਿਸੇ ਨੂੰ ਉਹਨਾਂ ਨੇ ਇੱਕ ਮੋਬਾਈਲ ਦੀ ਗੱਲ ਕੀਤੀ ਸੀ ਵੀ ਮਲਟੀਮੀਡੀਆ ਮੋਬਾਈਲ ਦੇਗਾ, ਹਾਈਟੈਕ ਹੋਏਗਾ ਇਹ ਬੱਚਾ। ਕਿਸੇ ਦੇ ਕੋਲ ਅੱਜ ਨਾ ਮੋਬਾਈਲ ਪਹੁੰਚਿਆ, ਨਾ ਕਿਸੇ ਕੋਲ ਨੌਕਰੀਆਂ ਪਹੁੰਚੀਆਂ ਨੇ। ਤੇ ਈਵਨ ਪਿੱਛੇ ਖਬਰਾਂ ਦੇ ਵਿੱਚ ਸਾਰਿਆਂ ਦੇ ਵਿੱਚ ਤੁਸੀਂ ਪੜ੍ਹਿਆ ਹੋਣਾ ਸਾਰਿਆਂ ਨੇ, ਜਿਹੜੀ ਮੋਦੀ ਸਰਕਾਰ ਨੇ ਸੈਂਟਰ ਦੇ ਵਿੱਚੋਂ ਕੋਵਿਡ-19 ਦੇ ਮਹਾਮਾਰੀ ਦੇ ਦੌਰ ਦੇ ਚਲਤੇ ਸਹਾਇਤਾ ਕੀਤੀ ਹੈ। ਗਰੀਬਾਂ ਦਾ ਅਨਾਜ ਵੀ ਜਿਹੜਾ ਸੀ ਇਹਨਾਂ ਦੇ ਵਿਧਾਇਕਾਂ ਦੇ ਘਰਾਂ ਦੇ ਵਿੱਚੋਂ ਫੜਿਆ ਗਿਆ, ਸਾਰਾ ਇਹਨਾਂ ਨੇ ਲੋਕਾਂ ਦਾ ਅਨਾਜ ਵੀ ਚੱਕ ਕੇ ਆਪ ਖਾ ਰਿਹਾ। ਇਹੋ ਜਿਹੀ ਲੁੱਟਮਾਰ ਵਾਲੀ ਸਰਕਾਰ ਤੋਂ ਵੈਸੇ ਹੀ ਜਨਤਾ ਪਰੇਸ਼ਾਨ ਹੈ। ਜੇ ਤੁਸੀਂ ਹੁਣ ਬਿਜਲੀ ਦੀ ਗੱਲ ਕਰੋਗੇ, ਇੱਥੇ ਇਲੈਕਟ੍ਰਿਸਿਟੀ ਬਿੱਲ ਦੀ ਗੱਲ ਕਰਦੇ ਆ, ਅਦਰ ਸਟੇਟ ਨਾਲ ਕੰਪੈਰੀਟਿਵ ਤੁਸੀਂ ਦੇਖਦੇ ਹੋ ਹਰਿਆਣੇ ਦੇ ਵਿੱਚ, ਹਿਮਾਚਲ ਦੇ ਵਿੱਚ, ਛੱਤੀਸਗੜ੍ਹ ਵਰਗੇ ਛੋਟੇ ਜਿਹੇ ਰਾਜ ਦੇ ਵਿੱਚ 3 ਰੁਪਏ 60 ਪੈਸੇ ਯੂਨਿਟ ਬਿਜਲੀ ਦਿੱਤੀ ਜਾ ਰਹੀ ਹੈ। ਇੱਥੇ ਬਿਜਲੀ ਦਾ ਰੇਟ ਕੀ ਹੈ? ਸਾਰੇ ਮੁੱਦੇ ਉੱਠਣ ਵਾਲੇ ਨੇ, ਸਾਰੇ ਜਨਤਾ ਨੂੰ ਪਤਾ, ਜਨਤਾ ਦੇ ਸਾਇਲੈਂਟ ਇਸ ਵੇਲੇ। 3 ਰੁਪਏ 60 ਪੈਸੇ ਛੱਤੀਸਗੜ੍ਹ ਵਰਗੇ ਰਾਜ ਅੱਜ ਤੁਹਾਨੂੰ ਹਰ ਬੰਦੇ ਨੂੰ ਇਲੈਕਟ੍ਰਿਸਿਟੀ ਈਜ਼ੀਲੀ ਮਿਲ ਰਹੀ ਹੈ। ਹਿਮਾਚਲ ਚਲੇ ਜਾਓ, ਹਰਿਆਣਾ ਚਲੇ ਜਾਓ, ਜਿੱਥੇ ਬੀਜੇਪੀ ਦੀ ਸਰਕਾਰਾਂ ਨੇ, ਉੱਥੇ ਬਿਜਲੀ ਦਾ ਰੇਟ। ਪੰਜਾਬ 'ਚ ਤੁਸੀਂ ਹਾਹਾਕਾਰ ਲੋਕੀ ਕਰ ਰਹੇ ਨੇ, ਅੱਜ ਮਿਸਗਾਈਡ ਕੀਤਾ ਜਾ ਰਿਹਾ ਪੈਟਰੋਲ ਦੀ ਕੀਮਤਾਂ ਨੂੰ ਲੈ ਕੇ। ਪੈਟਰੋਲ ਦੀ ਕੀਮਤਾਂ ਦੀ ਗੱਲ ਕਰਾਂਗੇ ਤਾਂ ਸਟੇਟ ਗਵਰਨਮੈਂਟ ਨੇ ਟੈਕਸ ਲਾਇਆ 37 ਰੁਪਏ 25 ਪੈਸੇ। ਸਟੇਟ ਗਵਰਨਮੈਂਟ ਨੂੰ ਚਾਹੀਦਾ ਸਸਤਾ ਕਰਨਾ ਚਾਹੁੰਦੀ, ਆਪਣਾ ਟੈਕਸ ਘਟਾ ਲਵੇ।
ਕੀਮਤ ਆਪਣੇ ਆਪ ਘਟ ਜਾਏਗੀ। ਕਿਉਂਕਿ ਜੇ ਪੈਟਰੋਲ ਮਹਿੰਗਾ ਹੁੰਦਾ, ਤੇਲ ਮਹਿੰਗਾ ਹੁੰਦਾ, ਉਹਦੇ ਨਾਲ ਟਰਾਂਸਪੋਰਟ ਮਹਿੰਗੀ ਹੋਈ, ਟਰਾਂਸਪੋਰਟ ਮਹਿੰਗੀ ਹੋਈ ਤਾਂ ਸਾਰੀਆਂ ਚੀਜ਼ਾਂ ਕ੍ਰੈਡਿਟ ਕੱਲਾ ਤੁਸੀਂ ਸੈਂਟਰ ਗਵਰਨਮੈਂਟ ਤੇ ਨਹੀਂ ਦੇ ਸਕਦੇ। ਸੈਂਟਰ ਗਵਰਨਮੈਂਟ ਦੇ ਟੈਕਸਸ ਬਹੁਤ ਘੱਟ ਨੇ, ਤੁਸੀਂ ਸਟੇਟ ਗਵਰਨਮੈਂਟ ਦੇ ਟੈਕਸ ਘਟਾਓ। 37 ਰੁਪਏ 25 ਪੈਸੇ ਟੈਕਸ ਲਾ ਰਿਹਾ, ਕਿਸੇ ਵੀ ਸਟੇਟ ਨੇ ਇਹਨਾਂ ਟੈਕਸ ਨਹੀਂ ਲਾਇਆ ਹੋਇਆ ਪੈਟਰੋਲ ਦਾ। ਆਲ ਓਵਰ ਜਿਹੜੀ ਪੈਟਰੋਲ ਦੀ ਕੀਮਤ ਹੈ ਨਾ ਉਹ ਹਰ ਪਾਸੇ ਜਾ ਰਹੀ ਹੈ। ਇਹ ਹਰ ਪਾਸੇ ਜਾਏਗੀ। ਜਦ ਤੁਸੀਂ ਟੈਕਸਸ ਲਾਈ ਜਾਓਗੇ, ਜਨਤਾ ਦੇ ਟੈਕਸਾਂ ਦੀ ਮਾਰ ਪਾਓਗੇ ਤਾਂ ਕੀਮਤਾਂ ਆਪਣੇ ਆਪ ਵਧਣਗੀਆਂ। ਬਿਜਲੀ ਸਸਤੀ ਦਿਓ। ਉਹਦਾ ਜਿੱਦਾਂ ਇਹਨੂੰ ਇਹ ਹੈਗਾ ਵੈਟ ਦੇ ਅੰਡਰ, GST ਦੇ ਅੰਡਰ ਲਾਉਣਾ ਚਾਹੀਦਾ ਪੈਟਰੋਲ ਨੂੰ, ਤਦ ਹੋਏਗਾ ਸਹੀ ਇਹਦਾ ਰੇਟ। ਹੁਣ ਆਪ ਬੁਲਾ ਰਹੇ ਇਹਨੂੰ ਵੈਟ 'ਚ, ਵੈਟ ਖਤਮ ਕਰਤਾ, ਲੇਕਿਨ ਇਹ ਤੇ ਪੈਟਰੋਲ ਤੇ ਵੈਟ ਹੈ ਹੁਣ ਵੀ। GST ਆਉਣਾ ਚਾਹੀਦਾ, GST ਦੇ ਅੰਡਰ ਆਏਗਾ ਤਾਂ ਤੇ ਪੈਟਰੋਲ ਸਸਤਾ ਹੋਏਗਾ। ਅਸੀਂ ਤਾਂ ਇਹ ਚਾਹਾਂਗੇ ਜਿਹੜੀ ਪਾਰਟੀ ਆ ਕੇ ਕੰਮ ਕਰੇ। ਅਸੀਂ ਆਪਸ 'ਚ ਇਹ ਡਿਸਾਈਡ ਕਰਨਾ ਸਾਨੂੰ ਚਾਹੀਦਾ ਕਿ ਕਿਹੜੀ ਪਾਰਟੀ ਉੱਪਰ ਅਸੀਂ ਭਰੋਸਾ ਕਰ ਸਕਦੇ ਹਾਂ, ਉਸੇ ਪਾਰਟੀ ਨੂੰ ਜਿਤਾਇਆ ਜਾਊਗਾ। ਉਹ ਮੈਂ ਤਾਂ ਕਹਿੰਦਾ ਵਰਕਰ ਵਧੀਆ ਹੋਣਾ ਚਾਹੀਦਾ, ਵਰਕਰ ਸੋਸ਼ਲ ਵਰਕਰ ਹੋਣਾ ਚਾਹੀਦਾ, ਪੂਰਾ ਕੰਮ ਕਰਨ ਵਾਲਾ ਬੰਦਾ, ਉਹਨੂੰ ਵੋਟ ਦਿਓ। ਪਾਰਟੀ ਸੈਕਿੰਡ, ਮੈਂ ਤਾਂ ਕਹਿੰਦਾ ਸੈਕਿੰਡ ਪਾਰਟ ਹੈ। ਬੰਦਾ ਦੇਖੋ ਚਾਹੇ ਉਹ ਆਜ਼ਾਦ ਹੋਵੇ, ਕੋਈ ਫਰਕ ਨਹੀਂ ਪੈਂਦਾ, ਕੰਮ ਕਰਨ ਵਾਲਾ ਬੰਦਾ ਚਾਹੀਦਾ ਬਸ। ਸਾਡੇ ਕੋਲ 6 ਮਹੀਨੇ ਬਚੇ ਆ ਹਨਾ, ਤੇ 6 ਮਹੀਨੇ ਦੇ ਵਿੱਚ ਹਲੇ ਬਹੁਤ ਸਾਰੀਆਂ ਪਾਰਟੀਆਂ ਨੇ ਕੰਮ ਕਰਨੇ ਸ਼ੁਰੂ ਕਰ ਦੇਣੇ ਆ। ਹੁਣ ਉਹ ਪੂਰਾ ਟਾਈਮਿੰਗ ਕਰਦੇ ਆ ਨਾ, 4.5 ਸਾਲ ਦਾ ਭੁੱਲ ਜਾਂਦੇ ਆ ਪਬਲਿਕ ਨੂੰ, ਤੇ 6 ਮਹੀਨੇ ਯਾਦ ਆ ਜਾਂਦੀ ਹੈ, ਕੰਮ ਕਰੀਏ ਉਹ ਕਰੀਏ ਕਰ ਦਈਏ। ਉਹੀ ਕਹਿੰਦੇ ਨਾ ਜਦੋਂ ਆਪਾਂ ਲਾਸਟ ਵੀ ਸਰ ਤਿਆਰ ਹੋ ਗਏ ਜਿਸ ਕੰਮ ਕਰਨ ਲਈ, ਉਹ ਇਹ ਕੰਮ ਕਰਦੇ ਆ। ਉਹੀ ਨਾ ਮੈਂ ਹੀ ਕਹਿ ਰਿਹਾ ਕਿ 6 ਮਹੀਨੇ ਕਹਿੰਦਾ 1 ਸਾਲ ਬਾਅਦ ਹੀ ਇਲੈਕਸ਼ਨ ਕਰਾਉਣੇ ਚਾਹੀਦੇ। 6 ਮਹੀਨੇ ਉਹ ਐਸ਼ ਕਰ ਲੈਣ, 6 ਮਹੀਨੇ ਲੋਕਾਂ ਦੀ ਯਾਦ ਤਾਂ ਆਵੇ ਉਹਨਾਂ ਨੂੰ ਵੀ 6 ਮਹੀਨੇ ਰਹਿ ਗਏ ਆ, ਵੀ 6 ਮਹੀਨੇ ਫਟਾਫਟ ਕੰਮ ਕਰੋ। ਇਸ ਬਹਾਨੇ ਕੰਮ ਤਾਂ ਹੋਣਗੇ। ਹਰ ਸਾਲ ਹੀ ਇਲੈਕਸ਼ਨ ਕਰਾ ਦੇਣੇ ਚਾਹੀਦੇ। ਮੈਂ ਕਹਿੰਦਾ ਮਹੀਨੇ ਬਾਅਦ ਕਰਾਓ ਭਾਈ ਸਾਹਿਬ, ਪੂਰੇ 6 ਸਾਲ ਸੁਣਨਗੇ ਨਾ ਜਨਤਾ ਦੇ ਵਿੱਚ, ਫਿਰ 6 ਮਹੀਨੇ ਬਾਅਦ ਹੀ ਕਰਾ ਲਓ ਤੁਸੀਂ। 3 ਮਹੀਨੇ ਰਹਿਣਾ ਸਾਡੇ ਪੱਲੇ, 6 ਮਹੀਨੇ ਘੱਟੋ ਘੱਟ ਸਾਨੂੰ ਮਿਲਣ। ਜਿੱਦਾਂ ਹੁਣ 6 ਮਹੀਨੇ ਮਿਲੇ, ਫਟਾਫਟ ਦੇਖੋ ਸੜਕਾਂ ਆ ਜਾਣਾ। ਮੈਂ ਤੁਹਾਡੇ ਕੈਮਰਾਮੈਨ ਨੂੰ ਕਹੂੰਗਾ ਸੜਕ ਦਿਖਾਈ ਜਾਏ। ਦੇਖੋ ਇਲੈਕਸ਼ਨ ਆ ਰਹੀਆਂ, 6 ਮਹੀਨੇ ਪਏ ਆ, ਸੜਕਾਂ ਬਣ ਗਈਆਂ ਜਿਹੜੀਆਂ 17 ਸਾਲਾਂ ਤੋਂ ਨਹੀਂ ਬਣੀਆਂ ਸੀਗੀਆਂ। ਛੱਡਦੀਆਂ 2 ਸੜਕਾਂ। ਇਹ ਸਾਰੀਆਂ ਮਤਲਬ ਦੀਆਂ ਸਰਕਾਰਾਂ ਆ। ਜਦੋਂ ਇਹਨਾਂ ਨੂੰ ਮਤਲਬ ਹੁੰਦਾ ਉਦੋਂ ਇਹ ਫਟਾਫਟ ਕੰਮ ਕਰਦੀਆਂ ਆ। ਜਦੋਂ ਨਹੀਂ ਮਤਲਬ ਹੁੰਦਾ ਫਿਰ ਤੂੰ ਕੌਣ ਤਾਂ ਮੈਂ ਕੌਣ, ਪਛਾਣਨਾ ਹੀ ਨਹੀਂ। ਚਾਹੇ ਕੋਈ ਲੀਡਰ ਹੋਵੇ, ਕੋਈ ਕਿਸੇ ਨੂੰ ਨਹੀਂ ਪਛਾਣਦਾ, ਕੋਈ ਆਮ ਜਨਤਾ ਨੂੰ ਨਹੀਂ ਪਛਾਣਦਾ। ਜਦੋਂ ਇਲੈਕਸ਼ਨ ਆਉਂਦੇ ਇਹਨਾਂ ਨੂੰ ਲੋੜ ਪੈਂਦੀ, ਫਿਰ ਸੜਕਾਂ ਵੀ ਬਣਦੀਆਂ, ਫਿਰ ਜਿੱਦਾਂ ਦੇ ਮਰਜ਼ੀ ਕੰਮ ਕਰਾ ਲਓ। ਨਹੀਂ ਤਾਂ MLA ਕਹਿਣਗੇ ਆ ਕੇ ਸਾਡੇ ਕੋਲ ਜਾਇਜ਼ ਕੰਮ ਲੈ ਕੇ ਆਓ। ਜਾਇਜ਼ ਕੰਮ ਤਾਂ ਬੰਦੇ ਦਾ ਉੱਦਾਂ ਹੀ ਹੋ ਜਾਂਦਾ। MLA ਦੀ ਸਿਫਾਰਿਸ਼ ਕਾਹਦੇ ਲਈ ਚਾਹੀਦੀ ਜੇ ਬੰਦੇ ਦਾ ਨਜਾਇਜ਼ ਕੰਮ ਕਰਾਉਣਾ ਹੋਵੇ ਤਾਂ? ਕਰਦੇ ਸਾਰੇ ਨਜਾਇਜ਼ ਕਰਦੇ, ਕੋਈ ਇਕੱਲਾ ਕਰਦਾ। ਹੋਣਾ ਚਾਹੁੰਦੇ ਕੰਮ। BJP ਨੇ ਸਾਰਾ ਜ਼ਿਆਦਾ ਨਜਾਇਜ਼ ਕੰਮ ਕੀਤੇ ਆ। ਭਾਈ ਜਿੰਨਾ ਕੰਮ ਅੱਜ ਤੱਕ BJP ਨੇ ਕੀਤਾ, ਪਿਛਲੇ 70 ਸਾਲ ਦੀ ਸਰਕਾਰਾਂ ਨੇ ਨਹੀਂ ਕੀਤਾ। ਕਿਸਾਨੀ ਉੱਠੇ, ਕਿਸਾਨੀ ਦਾ ਮੋਰਚਾ ਦੁਆਰਾ ਪੰਜਾਬ 'ਚ ਲੱਗੇ, ਕਿਸਾਨੀ ਲੀਡਰ ਆਉਣ, ਅਸੀਂ ਕਿਸਾਨੀ ਲੀਡਰਾਂ ਨੂੰ ਜਿਤਾਈਏ। ਦੇਖੋ ਪੋਲੀਟੀਸ਼ੀਅਨ ਐਂਟਰ ਹੋਣ ਦੇ ਕਾਬਿਲ ਹੀ ਨਹੀਂ ਰਹਿ ਗਏ। ਪੋਲੀਟੀਸ਼ੀਅਨਸ ਨੇ ਕੀ ਕੀਤਾ ਸਾਡੀ ਕਿਸਾਨੀ ਲਈ? ਕੁਛ ਨਹੀਂ ਕੀਤਾ। ਕਿਸਾਨ ਕਿੰਨਿਆਂ 6 ਮਹੀਨਿਆਂ ਤੋਂ 6.5 ਮਹੀਨੇ ਦਿੱਲੀ ਦੇ ਵਿੱਚ ਬੈਠੇ ਆ। ਕਿਸੇ ਨੇ ਕੀ ਕੀਤਾ? ਕਿੰਨੇ 500 ਤੋਂ ਵੱਧ ਬੰਦਾ ਮਰ ਗਿਆ। ਕਿਹੜੇ ਪੋਲੀਟੀਸ਼ੀਅਨ ਉਹਨਾਂ ਦੀ ਸਾਰ ਲਈ ਹੈ? ਕੋਈ ਪਾਰਟੀ ਹੋਵੇ, ਕਾਂਗਰਸ ਹੋਵੇ, BJP ਹੋਵੇ, ਅਕਾਲੀ ਦਲ ਹੋਵੇ, ਆਮ ਆਦਮੀ ਪਾਰਟੀ ਹੋਵੇ, ਕਿਸੇ ਨੇ ਕਿਸੇ ਦਾ ਉੱਥੇ ਜਾ ਕੇ ਹਾਲ ਨਹੀਂ ਪੁੱਛਿਆ ਵੀ ਭਾਈ ਤੁਸੀਂ 6 ਮਹੀਨਿਆਂ ਤੋਂ ਬੈਠੇ ਆ, ਤੁਹਾਡਾ ਕੀ ਮਸਲਾ ਹੱਲ ਕੱਢੀਏ। ਕੀ ਗੱਲ ਹਿੰਦੁਸਤਾਨ ਦੇ ਵਿੱਚ ਸਾਰੀਆਂ ਪਾਰਟੀਆਂ ਰਲ ਕੇ ਕਿਸਾਨੀ ਦਾ ਮੁੱਦਾ ਹੱਲ ਨਹੀਂ ਕਰ ਸਕਦੀਆਂ? ਸਾਡੀਆਂ ਸਰਕਾਰਾਂ ਹੱਲ ਕਰਨਾ ਹੀ ਨਹੀਂ ਚਾਹੁੰਦੀਆਂ। ਉਹ ਚਾਹੁੰਦੀਆਂ ਕਿ ਭਸੂੜੀ ਫਸੀ ਰਵੇ ਤੇ ਅਸੀਂ ਰਾਜ ਕਰੀ ਚੱਲੀਏ। ਤੇ ਇਲੈਕਸ਼ਨਸ ਤੱਕ ਹੁਣ ਜੇ 6 ਮਹੀਨੇ ਹੋ ਗਏ, ਜੇ ਕਿਤੇ ਨਾ ਕਿਤੇ ਮੰਨ ਲਓ ਬਾਈ ਚਾਂਸ ਉਹ ਕਿਤੇ ਨਾ ਕਿਤੇ ਕੋਈ ਸਮਝੌਤਾ ਕਰ ਲੈਂਦੇ ਆ, ਇੱਦਾਂ ਦਾ ਕੁਝ ਹੁੰਦਾ, ਫਿਰ ਸ਼ਾਇਦ ਉਹ ਕਿਤੇ ਨਾ ਕਿਤੇ ਇਹ BJP ਦੀ ਸਰਕਾਰ ਤੇ ਵਾਧਾ ਪਾਏਗਾ। ਦੇਖੋ ਫੈਸਲਾ ਤਾਂ ਉਹਨਾਂ ਨੇ ਕਰਨਾ ਹੀ ਹੈ, ਲੇਕਿਨ ਇਹ ਉਹ ਭੁੱਲ ਜਾਵੇ ਕਿ ਉਸ ਸਰਕਾਰ ਨੂੰ ਕੋਈ ਫਾਇਦਾ ਹੋਊਗਾ। ਭਾਵੇਂ 100 ਵਾਰੀ ਫਾਇਦਾ ਕਰ ਲਵੇ, 100 ਵਾਰੀ ਫੈਸਲੇ ਕਰ ਲਵੇ, ਉਸ ਸਰਕਾਰ ਨੂੰ ਫਾਇਦਾ ਨਹੀਂ ਹੋਣ ਲੱਗਾ ਹੁਣ ਕਦੀ ਵੀ। ਕਿ ਬੰਦਾ ਦੇਖਣਾ ਹੈ, ਸਰਕਾਰ ਨਹੀਂ ਦੇਖਣੀ ਕਿ ਇਹ ਹੈਗਾ BJP ਦਾ ਉਹਦਾ ਹੈਗਾ। ਜਿਹੜਾ ਬੰਦਾ ਸਹੀ ਹੈ ਉਹਨੂੰ ਦੇਣਾ। ਕੋਈ ਗੱਲ ਨਹੀਂ ਕਰਦੇ ਅਸੀਂ BJP ਵਾਲੇ ਆ ਜਾਂ ਅਕਾਲੀ ਦਲ ਵਾਲੇ ਆ। ਬਿਲਕੁਲ ਜੀ, ਬੰਦਾ ਦੇਖ ਕੇ ਵੋਟ ਪਾਓ, ਪੜ੍ਹਿਆ ਲਿਖਿਆ ਹੋਵੇ, ਜਿਹੜਾ ਕੱਲ ਨੂੰ ਕੰਮ ਵੀ ਆਵੇ ਸਾਡੇ। ਨੌਜਵਾਨ ਬੰਦਾ ਹੋਵੇ ਉਹਨੂੰ ਪਾਓ। ਮੇਰੇ ਵਰਗਾ ਬੰਦਾ ਹੋਵੇ ਜੀ, ਜਿਹੜਾ ਇਲੈਕਸ਼ਨ ਤੇ ਖੜਾ ਹੋਵੇ, ਜਿਤਾਵੇ, ਕੰਮਕਾਰ ਕਰਾਵੇ ਜੀ। ਸਭ ਤੋਂ ਮੁੱਦਾ ਹੈ। ਚਲੋ ਮੰਨ ਲਓ ਇੱਧਰ ਆਓ ਜੀ ਸਰ, ਇੱਧਰ ਆਓ। ਸਰ ਨੇ ਗੱਲ ਕੀਤੀ ਬੜੀ ਵਧੀਆ। ਤੁਸੀਂ ਮੰਨ ਲਓ ਆਪਣੇ ਪੰਜਾਬ ਦੇ CM ਬਣ ਗਏ। ਆਪਾਂ ਪਹਿਲਾਂ ਕਿਸ ਅਕੋਰਡਿੰਗ, ਹੁਣ ਤੁਸੀਂ ਦੇਖਦੇ ਹੋ ਆਪਾਂ ਨਾਰਮਲ ਆਮ ਪਰਸਨ ਆ, ਤੁਸੀਂ ਕਿਸ ਅਕੋਰਡਿੰਗ ਦੇਖੋਗੇ ਕਿ ਮੈਂ ਜੀ ਹਾਂਜੀ CM ਬਣ ਗਿਆ, ਹੁਣ ਮੈਂ ਆਹ ਕੰਮ ਕਰਾਉਣੇ ਤਾਂ ਆਹ ਵਾਲੇ ਕੰਮ ਕਰਾਉਣੇ? ਨਹੀਂ, ਮੈਂ ਤਾਂ ਭਰਾਵਾਂ ਦੇ ਨਾਲ ਚੱਲਣਾ ਹੀ ਜੀ। ਦੇਖੋ ਨਹੀਂ ਭਰਾ ਨਹੀਂ, ਤੁਸੀਂ ਪੂਰੇ ਹੁਣ ਸੂਬੇ ਨੂੰ ਲੈ ਕੇ ਚੱਲੋਗੇ ਨਾਲ। ਹਾਂਜੀ, ਉਹੀ ਭਰਾਵਾਂ ਦੇ ਨਾਲ ਚੱਲੂ, ਸੂਬਾ ਨਾਲ ਆਪੇ ਚੱਲੂਗਾ ਜੀ। ਸਭ ਤੋਂ ਪਹਿਲਾਂ ਪੰਜਾਬ 'ਚ ਨਸ਼ਾ ਖਤਮ ਹੋਣਾ ਚਾਹੀਦਾ। ਇਹ ਤਾਂ ਜੀ ਸਰਕਾਰਾਂ ਕਹਿੰਦੀਆਂ। ਸਰਕਾਰਾਂ ਕਹਿੰਦੀਆਂ, ਕਰਦੀਆਂ ਨਹੀਂ। ਵਧਿਆ ਘਟਿਆ ਨਹੀਂ ਹੈ ਜੀ। ਦੇਖੋ ਨਸ਼ਾ ਅਗਰ ਸਰਕਾਰ ਕੋਈ ਵੀ ਹੈ, ਸਰਕਾਰ ਕੋਲ ਇੰਨੀ ਪਾਵਰ ਹੁੰਦੀ ਹੈ ਕਿ ਚੰਦ ਘੰਟਿਆਂ ਦੇ ਵਿੱਚ ਉਹ ਹਰ ਚੀਜ਼ ਨੂੰ ਖਤਮ ਕਰ ਸਕਦੀ ਹੈ, ਲੇਕਿਨ ਉਹ ਕਰਨਾ ਨਹੀਂ ਚਾਹੁੰਦੀ। ਸਰਕਾਰ ਆਮ ਆਦਮੀ ਨੂੰ ਖੁਸ਼ ਕਰਕੇ ਹੀ ਨਹੀਂ ਰਾਜੀ ਹੈਗੀ ਜੀ, ਖੁਸ਼ ਕਰਨਾ ਹੀ ਨਹੀਂ ਚਾਹੁੰਦੀ ਆਮ ਬੰਦੇ ਲਾ ਲਓ। ਜੇ ਅੱਤਵਾਦ ਸੀਗਾ ਪੰਜਾਬ 'ਚ ਕਿੰਨੇ ਸਾਲ ਚੱਲਿਆ, ਜਦ ਖਤਮ ਕਰਨੇ 'ਚ ਆਇਆ 6 ਮਹੀਨੇ 'ਚ ਖਤਮ ਕਰਤਾ ਉਹਨਾਂ ਨੇ। 15 ਸਾਲ 10 ਸਾਲ ਚੱਲਦਾ ਰਿਹਾ, ਕੁਛ ਨਹੀਂ, ਮਰਦੇ ਲੋਕ ਇੱਦਾਂ ਮਰਦੇ ਰਹੇ। ਜਦ ਖਤਮ ਕੀਤਾ 6 ਮਹੀਨੇ 'ਚ ਖਤਮ ਕਰਤਾ ਉਹਨਾਂ ਨੇ।
ਆਪਾਂ ਜੇਬ 'ਚ ਰਿਵਾਲਵਰ ਰੱਖ ਕੇ ਜਾਂਦੇ ਸੀ, ਇੱਥੇ ਤੋਂ ਉੱਥੇ ਤੱਕ ਨਹੀਂ ਜਾ ਸਕਦੇ। ਤੇ ਨਸ਼ਾ ਤੇ ਹਥਿਆਰ ਬਾਰਡਰ ਪਾਰ ਹੋ ਗਿਆ ਐਂਡ ਇਹ ਵੀ ਗਵਰਨਮੈਂਟ ਹੀ ਕਰਾਉਂਦੀ ਹੈ ਗਵਰਨਮੈਂਟ ਕਰਾਉਂਦੀ ਹੈ ਜੀ। ਇੱਥੇ ਕਿਹੜਾ ਸਾਡੇ ਆਮ ਬੰਦਿਆਂ ਦੇ ਹੱਥ ਹੈ, ਜਿੰਨੇ ਜੋ ਗਵਰਨਮੈਂਟ ਚਾਹੁੰਦੀ ਉਹੀ ਹੁੰਦਾ। ਕਰਾਉਂਦੇ ਆ। ਆ ਜਾਓ ਜੀ। ਇਹ ਸਾਡੇ ਸਿੰਘ ਸਭਾ ਗੁਰਦੁਆਰੇ ਦੇ ਪ੍ਰਧਾਨ ਸਾਹਿਬ ਹੈ ਜੀ। ਠੀਕ ਹੈ ਸਰ। ਇਹ ਟਾਂਗ ਛਤਰੀ ਸਭਾ ਦੇ ਪ੍ਰਧਾਨ ਐਕਸ ਪ੍ਰੈਜ਼ੀਡੈਂਟ, ਤੇ ਇਹਨਾਂ ਦੇ ਵਿਚਾਰ ਲਓ। ਸ਼ੋਰ ਜੀ ਸਰ, ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਤੁਸੀਂ ਸਾਡੇ ਸ਼ੋਅ ਦੇ ਵਿੱਚ ਆਏ ਹੋ ਸਰ। ਇਦਾਂ ਹੀ ਸਾਡੇ ਸ਼ੋਅ ਹੈ ਜੀ ਇਸ ਵਾਰ ਕਿਹੜੀ ਸਰਕਾਰ, ਜਿਹਦੇ ਵਿੱਚ ਆਪਾਂ ਆਮ ਲੋਕਾਂ ਦੇ ਜੋ ਰਿਵਿਊਜ਼ ਨੇ, ਜੋ ਸੱਚੇ ਵਿਚਾਰ ਨੇ, ਉਹ ਸਰਕਾਰ ਦੇ ਦਰਬਾਰ ਤੱਕ ਪਹੁੰਚਾਉਣੇ ਆ ਜੀ। ਸੋ ਦੈਟ ਸਰਕਾਰ ਨੂੰ ਵੀ ਪਤਾ ਲੱਗੇ ਤੇ ਆਮ ਲੋਕਾਂ ਨੂੰ ਵੀ ਪਤਾ ਲੱਗੇ। ਲੋਕੀ ਕਨਫਿਊਜ਼ ਜਾਂ ਕਿਤੇ ਨਾ ਕਿਤੇ ਸਰਕਾਰਾਂ ਨੂੰ ਲੈ ਕੇ ਕਿ ਆਪਾਂ ਕਿਸ ਤਰੀਕੇ ਨਾਲ ਵੋਟ ਦਾ ਇਸਤੇਮਾਲ ਕਰਨਾ। ਦੇਖੋ ਜੀ, ਜਿਹੜੀ ਮੇਰੀ ਦਿੱਲੀ ਰਾਏ ਹੈ ਉੱਦਾਂ ਤਾਂ ਮੈਂ ਅਕਾਲੀ ਪਾਰਟੀ ਵੱਲੋਂ ਆ, ਲੇਕਿਨ ਮੇਰੀ ਦਿੱਲੀ ਰਾਏ ਹੈ ਕਿ ਇਸ ਵਾਰੀ ਮੈਂ ਵੋਟ ਬੰਦਾ ਦੇਖ ਕੇ ਪਾਣੀ ਹੈ, ਪਾਰਟੀ ਦੇਖ ਕੇ ਨਹੀਂ ਪਾਣੀ। ਇਹ ਗੱਲ ਇਹ ਉਹਨੇ ਸੱਚੀ ਤੇ ਸਪਸ਼ਟ ਗੱਲ ਕਹੀ ਹੈ। ਉੱਦਾਂ ਅਕਾਲੀ ਪਾਰਟੀ ਵੱਲੋਂ ਆ, ਪਰ ਵੋਟ ਮੈਂ ਬੰਦਾ ਦੇਖ ਕੇ ਪਾਣੀ ਹੈ ਐਤਕੀ, ਕਿਉਂਕਿ ਮਿੱਠੀਆਂ ਗੋਲੀਆਂ ਲਾਰੇ ਹਰ ਪਾਰਟੀ ਦਿੰਦੀ ਹੈ। ਦੇਖੋ ਜੀ, ਮੈਂ ਤਾਂ ਇਹ ਕਹਿਣਾ ਚਾਹੂੰਗਾ ਵੀ ਤੁਸੀਂ ਸਾਰੇ ਜਿੰਨੇ ਵੀ ਇੱਥੇ ਮੈਂ ਜਿਹੜੇ ਲੀਡਰ ਸਾਹਿਬਾਨ ਵੀ ਨੇ ਨਾ, ਉਹ ਸਾਡੇ ਕੋਲ ਆਉਣ, ਵੋਟ ਸਾਨੂੰ ਪਾਉਣ ਆ ਕੇ। ਕਿਉਂਕਿ ਅਸੀਂ ਫਿਰ ਅਸੀਂ ਉਹਨਾਂ ਨੂੰ ਜਿਤਾਉਣ ਦਾ ਸੋਚਾਂਗੇ, ਪਹਿਲਾਂ ਉਹ ਸਾਡੇ ਬਾਰੇ ਸੋਚਣ ਆ ਕੇ ਕੁਛ। नजर नहीं है, साढ़े एमएलए साहब तो आए ही नहीं। ਜਨਤਾ 'ਚ वो तो वही चार कार में, वही चार अखबार में, वही चार इश्तेहार में। ਅਸੀਂ ਜਨਤਾ 'ਚ ਵਿਚਰ ਰਹੇ ਤਾਂ ਸਾਨੂੰ ਪਤਾ ਲੱਗ ਰਿਹਾ ਵੀ ਆਹ ਚੀਜ਼ ਇਦਾਂ ਬੀਤ ਰਹੀ ਹੈ, ਹਨਾ। ਆਪਾਂ ਚਾਹੁੰਦੇ ਹਾਂ ਵੀ ਉਹ ਸਾਡੇ ਕੋਲ ਆਉਣ ਤਾਂ ਉਹਨਾਂ ਨੂੰ ਪਤਾ ਲੱਗੇ ਆ ਕਿੱਦਾਂ ਕਿੱਦਾਂ ਵਿੱਚ। ਫਿਰ ਵੀ ਅਸੀਂ ਕਿਤੇ ਨਾ ਕਿਤੇ ਜੀ ਸਰਕਾਰ ਤਾਂ ਚੁਣਨੀ ਪੈਣੀ, ਕਿਉਂਕਿ ਜੇ ਸਰਕਾਰ ਨਾ ਆਈ ਤਾਂ ਫਿਰ ਉਹ ਵੀ ਕੰਮ ਖਰਾਬ। ਮਹਾਰਾਜਾ ਰਣਜੀਤ ਸਿੰਘ ਸੀ ਨਾ ਸਾਡੇ, ਅਸੀਂ ਉਹਨਾਂ ਨੂੰ ਬਹੁਤ ਅੱਛਾ ਰਾਜਾ ਮੰਨਦੇ ਹਾਂ। ਇਦਾਂ ਦਾ ਤਾਂ ਕੋਈ ਵੀ ਨਹੀਂ ਹੋ ਕੇ ਵਿਚਰਿਆ ਨਾ, ਤੇ ਫਿਰ ਆਣ ਸਾਡੇ ਕੋਲ ਆ ਕੇ ਸਾਡੇ ਵਿਚਾਰ ਸੁਣਨ ਤਾਂ ਫਿਰ ਆਪਾਂ ਉਹਨਾਂ ਨੂੰ ਬਿਠਾਵਾਂਗੇ। ਇੱਥੇ ਸਾਡੇ ਕੋਲ ਜਗ੍ਹਾ ਹੈਗੀ ਬਹੁਤ ਸੋਹਣੀ ਸਜਾਈ ਹੋਈ ਉਹਨਾਂ ਦੇ ਬੈਠਣ ਲਈ। ਸੱਚਾਈ ਦੀ ਗੱਲ ਹੈ ਨਾ, ਤੇ ਗੌਰਮੈਂਟ ਦਾ ਮਤਲਬ ਹੁੰਦਾ ਜਿਹੜੇ ਮਿੰਟ ਤੇ ਗੌਰ ਕਰੇ, ਉਹ ਗੌਰਮੈਂਟ ਹੁੰਦੀ ਹੈ। ਠੀਕ ਹੈ, ਇੱਥੇ ਤਾਂ 5 ਸਾਲ ਹੀ ਨਹੀਂ ਗੌਰ ਕੀਤਾ ਗਿਆ, ਕਿਸੇ ਨੇ ਨਹੀਂ ਕੀਤਾ। 6 ਮਹੀਨੇ ਪਹਿਲਾਂ ਆਉਂਦੇ ਸਾਰੇ। ਅਸੀਂ ਉਹੀ ਗੱਲ ਕਰ ਰਹੇ ਸੀ ਕਿ 6 ਮਹੀਨੇ ਦੇ ਵਿੱਚ ਨਾ, ਹੁਣ ਜਿਹੜੇ 6 ਮਹੀਨੇ ਰਹਿ ਗਏ, ਉਹਦੇ ਵਿੱਚ ਹਰ ਇੱਕ ਸਰਕਾਰ ਨੇ ਆਪਣਾ ਮਨ ਜੋਰ ਲਾਉਣਾ ਕਿ ਅਸੀਂ ਆ ਵੀ ਕਰਦੀ, ਆ ਵੀ ਕਰਦੀ। ਹੁਣ ਸਰ ਨੇ ਕਿਹਾ ਕਿ ਇੰਨੇ ਤੇ ਸੜਕਾਂ ਨਹੀਂ ਪਈਆਂ, ਹੁਣ ਸਾਡੀ ਸੜਕਾਂ ਵੀ ਬਣ ਗਈਆਂ। ਹੁਣ ਉਹ ਵੀ ਕੰਮ ਹਰ ਇੱਕ ਸਰਕਾਰ ਨੇ ਕਰਨੇ ਆ। ਦੇਖੋ ਇਹ ਤਾਂ ਜਿਹੜੀ ਸੜਕ ਬਣੀ ਹੈ ਸਰਕਾਰ ਦੇ ਪੈਸੇ ਨੇ, ਪਬਲਿਕ ਦੇ ਪੈਸੇ ਨਾਲ ਬਣੀ ਹੈ। ਕੈਂਟ ਬੋਰਡ ਸਭ ਤੋਂ ਜ਼ਿਆਦਾ ਟੈਕਸ ਲੈਂਦਾ, ਇਹ ਕੈਂਟ ਬੋਰਡ ਨੇ ਬਣਾਈ ਹੈ। ਇਹ ਕੋਈ ਨਾ ਅਕਾਲੀਆਂ ਨੇ ਬਣਾਈ ਹੈ ਨਾ ਕਾਂਗਰਸ ਨੇ ਬਣਾਈ ਹੈ, ਇਹ ਸਾਡੇ ਆਪਣੇ ਪੈਸੇ ਦੀ ਬਣੀ ਹੈ। ਪੈਸੇ ਤਾਂ ਖੈਰ ਜਨਤਾ ਦੇ ਜਾਂਦੇ ਨੇ ਜਿੱਥੋਂ ਵੀ ਜਾਂਦੇ ਨੇ। ਉਹ ਤਾਂ ਚਲੋ ਆਪਾਂ ਜੇ ਕਿਸੇ ਵੀ ਆਈਟਮ ਦੀ ਗੱਲ ਕਰ ਰਹੇ ਹੋ ਤਾਂ ਆਪਾਂ ਟੈਕਸ ਵੀ ਦਿੰਦੇ ਹਾਂ, ਹਰ ਇੱਕ ਚੀਜ਼ ਪੇ ਕਰਦੇ ਹਾਂ, ਹੈ ਨਾ। ਤੇ ਉਹੀ ਚੀਜ਼ ਨੂੰ ਪਲੱਸ ਆਨ ਕਰਕੇ ਅਸੀਂ ਸਾਰੇ ਉਹ ਚੀਜ਼ਾਂ ਸਾਡੀ ਇੰਪਰੂਵਮੈਂਟ, ਸਾਡੇ ਇਸ ਲਈ ਸਾਡੇ ਕੋਲ ਟੈਕਸ ਲਈ ਸਾਡੀ ਇੰਪਰੂਵਮੈਂਟ ਕੀਤੀ ਜਾਵੇ। ਸਾਡੇ ਮਾਨਯੋਗ ਪ੍ਰਧਾਨ ਮੰਤਰੀ ਸਾਹਿਬ ਨੇ ਇੱਕ ਨਾ ਬਿਆਨ ਦਿੱਤਾ ਸੀ ਸ਼ਾਇਦ, ਉਹ ਕਹਿੰਦੇ ਸੀਗੇ ਵੀ ਅਸੀਂ ਜਿਹੜਾ ਇੰਡੀਆ ਨੂੰ ਨਾ ਅਮਰੀਕਾ ਤੋਂ ਅੱਗੇ ਲੈ ਕੇ ਜਾਣਾ, ਅਮਰੀਕਾ ਇੱਥੇ ਆਇਆ ਕਰੂ ਸਾਡੇ ਕੋਲ। ਹਾਲੇ ਤਾਂ ਨਹੀਂ ਗੱਲ ਬਣਦੀ ਲੱਗਦੀ ਕੋਈ ਵੀ ਇਹੋ ਜਿਹੀ। ਹਾਲੇ ਤਾਂ ਮਤਲਬ ਸਾਨੂੰ ਘਰਾਂ 'ਚੋਂ ਨਿਕਲਣਾ ਔਖਾ ਹੋਇਆ ਪਿਆ। ਉੱਦਾਂ ਦਾ ਮਤਲਬ ਉੱਦਾਂ ਦਾ ਮਾਹੌਲ ਇੱਥੇ ਬਣਾ ਤਾਂ ਨਹੀਂ ਸਕੇ ਉਹ ਮੈਨੂੰ ਤਾਂ ਲੱਗਦਾ ਸਾਡੇ ਪ੍ਰਧਾਨ ਮੰਤਰੀ ਸਾਹਿਬ ਤਾਂ ਆਪ ਹੀ ਨਹੀਂ ਨਿਕਲਦੇ ਹਲੇ ਬਾਹਰ। ਡਿਜੀਟਲ ਇੰਡੀਆ ਨਾਲ ਕਿੰਨਾ ਕੁ ਸਹਿਮਤ ਹੋ ਸਰ ਤੁਸੀਂ? ਨਹੀਂ, ਡਿਜੀਟਲ ਇੰਡੀਆ ਹੋਣਾ ਚਾਹੀਦਾ, ਲੇਕਿਨ ਪ੍ਰੋਪਰਲੀ ਹੋਣਾ ਚਾਹੀਦਾ ਨਾ। ਗੱਲੀ ਬਾਤੀ ਕਾਗਜ਼ੀ ਕਾਰਵਾਈ ਨਾਲ ਡਿਜੀਟਲ ਇੰਡੀਆ ਨਹੀਂ ਬਣਨਾ। ਡਿਜੀਟਲ ਕੈਨੇਡਾ ਬਣਿਆ ਹੋਇਆ, ਜਾ ਕੇ ਦੇਖੋ ਉਹਨਾਂ ਨੇ ਉਹ ਆਪਣੀ ਜਿਹੜੇ ਲੋਕਲ ਬੰਦੇ ਆ ਉਹਨਾਂ ਨੂੰ ਕਿੰਨੀ ਸਹੂਲਤ ਦਿੰਦੇ ਆ। ਓਲਡ ਏਜ ਹੋਮਸ ਹੈਗੇ ਆ, ਤੁਹਾਨੂੰ ਉੱਥੇ ਫਿਕਰ ਨਹੀਂ ਹੈ। ਤੁਹਾਡਾ ਢਿੱਡ ਦੁਖਿਆ, ਤੁਹਾਨੂੰ ਪ੍ਰੋਬਲਮ ਹੋਈ ਆ, ਬਿਮਾਰੀ ਲੱਗੀ ਆ ਕੋਈ, ਤੁਹਾਨੂੰ ਇਹ ਨਹੀਂ ਹੋਊਗਾ ਮੇਰੀ ਜੇਬ 'ਚ ਪੈਸੇ ਹੈ ਨਹੀਂ ਤੇ ਮੈਂ ਮਰ ਜਾਣਾ। ਗੌਰਮੈਂਟ ਪਹਿਲਾਂ ਬੰਦੇ ਨੂੰ ਪ੍ਰੈਫਰ ਕਰਦੀ ਹੈ, ਫਿਰ ਅੱਗੇ ਜਾ ਕੇ ਦੂਜੇ ਪਾਸੇ ਸੋਚਦੀ ਹੈ। ਉੱਥੇ ਐਕਸੀਡੈਂਟ ਹੋ ਜਾਵੇ ਤਾਂ ਉਹਨਾਂ ਨੇ ਪਹਿਲਾਂ ਬੰਦਾ ਚੱਕ ਕੇ ਹਸਪੀਟਲ ਲੈ ਕੇ ਜਾਣਾ, ਉਹਨਾਂ ਨੂੰ 에ਅਰ ਟੈਕਸੀ ਵੀ ਕਰਨੀ ਪੈ ਜਾਂਦੀ ਆ। ਸਾਡੇ ਤੇ ਬੰਦਾ ਮਰਦਾ ਹੋਊਗਾ ਨਾ, ਉਹਨੂੰ ਉਹਦੀਆਂ ਫੋਟੋਆਂ ਖਿੱਚਣਗੇ ਵੀ ਇਹ ਬੰਦਾ ਮਰਦਾ ਪਿਆ, ਉਹਨੂੰ ਚੱਕ ਕੇ ਲਿਜਾਣ ਵਾਲਾ ਕੋਈ ਨਹੀਂ। ਉਹਦੇ ਪਿੱਛੇ ਵਜ੍ਹਾ ਆ, ਜਿਹੜਾ ਚੱਕ ਕੇ ਲਿਜਾਊਗਾ ਤੂੰ ਕਿਹਨੂੰ ਚੱਕ ਕੇ ਕਿੱਥੋਂ ਲੈ ਆਇਆ, ਉਹਦੇ ਤੇ ਆਪੋਜ਼ਿਟ ਪ੍ਰੋਪਰ ਕੇਸ ਉਹਦੇ ਤੇ ਬਣਾ ਜਾਣਾ ਵੀ ਤੂੰ, ਇਹਦਾ ਮਤਲਬ ਤੂੰ ਮਾਰ ਕੇ ਲਿਆਇਆ। ਅਸੀਂ ਉਹਨਾਂ ਨਾਲ ਨਹੀਂ ਰਲ ਸਕਦੇ। ਪਹਿਲਾਂ 100 ਸਾਲ ਸੀ, ਹੁਣ 1000 ਸਾਲ ਨਹੀਂ ਅਸੀਂ ਉਹਨਾਂ ਨਾਲ ਰਲ ਸਕਦੇ। ਬਾਕੀ ਡਿਜੀਟਲ ਇੰਡੀਆ ਦੀ ਤੁਸੀਂ ਗੱਲ ਕਰਦੇ ਆ, ਹਿੰਦੁਸਤਾਨ 'ਚ ਪੋਸੀਬਿਲਿਟੀ ਨਹੀਂ ਹੈਗੀ ਇਹਦੀ। ਨਹੀਂ, ਅਸੀਂ ਲੋਕ ਹਿੰਦੁਸਤਾਨ 'ਚ ਤਾਂ ਅਸੀਂ ਲੋਕ ਰਹਿੰਦੇ ਆ, ਉਹਨੂੰ ਜਿਹੜਾ ਪਾਰ ਉਤਾਰਾ ਉਹ ਵੀ ਅਸੀਂ ਕਰਨਾ, ਸਰਕਾਰਾਂ ਨੇ ਤਾਂ ਹੁਕਮ ਕਰਨੇ, ਆਪੇ ਕਰਨਾ। ਨਹੀਂ, ਅਸੀਂ ਤਾਂ ਕਰਾਂਗੇ। 10 ਬੰਦੇ ਖੜੇ ਆ, 10 'ਚ ਇੱਕ ਕਹਿੰਦਾ ਜੀ ਮੈਂ ਸਾਰੇ ਕੰਮ ਸਹੀ ਕਰਨੇ ਆ,
ਇੱਕ ਬੰਦਾ ਕਰੀ ਜਾਊ 10 ਗਲਤ ਕੰਮ ਕਰਨਗੇ ਨਾ ਤੇ ਜਿਹੜਾ ਇੱਕ ਹੈਗਾ ਉਹ ਵੀ ਕਹੂਗਾ ਯਾਰ ਮੈਂ ਇਕੱਲੇ ਨੇ ਕਿਉਂ ਸਹੀ ਕੰਮ ਕਰਨੇ। ਉਹ ਗਲਤ ਕੰਮ ਕਰਕੇ ਦੇਖ ਉੱਪਰ ਪਹੁੰਚ ਗਿਆ, ਮੈਂ ਥੱਲੇ ਚਲ ਗਿਆ। ਡਿਜੀਟਲ ਕੰਮ ਜਿਹੜੇ ਆ ਉਹ ਡਿਜੀਟਲ ਪ੍ਰੋਪਰਲੀ ਹੋਣੇ ਚਾਹੀਦੇ, ਤਾਂ ਹੀ ਆਪਣਾ ਮੁਲਕ ਤਰੱਕੀ ਕਰੂਗਾ। ਵਰਬਲੀ ਡਿਜੀਟਲ ਬਣਾਉਣਾ ਹਿੰਦੁਸਤਾਨ ਨੂੰ ਬਹੁਤ ਔਖਾ ਹੈ। ਇੱਥੇ ਬਲੈਕ ਕੰਮ ਚੱਲਦੇ ਆ ਸਾਰੇ। ਟੀਵੀ ਤੇ ਹਫਤੇ ਕੇ ਬਾਅਦ ਮਨ ਕੀ ਬਾਤ ਆ ਜਾਂਦੀ ਹੈ, ਉਹੀ ਸੁਣ ਕੇ ਤਸੱਲੀ ਹੋ ਜਾਂਦੀ ਹੈ। ਮੈਂ ਤੁਹਾਨੂੰ ਦੱਸਦਾ, ਸਾਡੇ ਨਾ ਕੋਈ ਧਰਤੀ ਨੂੰ ਬਖਸ਼ ਵੀ ਥੋੜੀ ਜਿਹੀ ਇਦਾਂ ਦੀ ਹੈਗੀ ਆ। ਬੰਦੇ ਆਏ ਬਾਹਰੋਂ ਤੇ ਇੱਥੇ ਸਾਡੀ ਦੁਕਾਨ ਦੇ ਸਾਹਮਣੇ ਖੜੇ ਹੋ ਕੇ ਨਾ ਕੇਲੇ ਖਾ ਰਹੇ ਸੀ ਗੱਡੀ 'ਚ ਵਿੱਚ ਬੈਠੇ। ਉਹਨਾਂ ਨੇ ਕੀ ਕੀਤਾ, ਗੱਡੀ ਵਿੱਚ ਬੈਠੇ ਨੇ ਕੇਲਿਆਂ ਦੇ ਛਿੱਲੜ ਬਾਹਰ ਸੁੱਟਣੇ ਸ਼ੁਰੂ ਕਰ ਦਿੱਤੇ। ਮੈਂ ਬਾਹਰੋਂ ਦੇਖਦਾ ਰਿਹਾ ਜਦੋਂ 4 ਹੋ ਗਏ ਨਾ, ਮੈਂ ਉੱਠ ਕੇ ਦੁਕਾਨੋਂ ਬਾਹਰ ਆ ਗਿਆ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਵੀ ਸਰ ਬਈ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ? ਮੈਨੂੰ ਤੁਸੀਂ ਬਾਹਰੋਂ ਆਉਣ ਲੱਗਦੇ। ਹਾਂਜੀ ਅਸੀਂ ਇੰਗਲੈਂਡ ਤੋਂ ਆਏ। ਇੰਗਲੈਂਡ ਤੋਂ? ਮੈਂ ਕਿਹਾ ਸਰ ਤੁਹਾਡਾ ਵੈਲਕਮ, ਤੁਸੀਂ ਸਾਡੇ ਇੰਡੀਆ 'ਚ ਆਏ ਹੋ। ਹੈ ਤਾਂ ਮੈਂ ਕਿਹਾ ਤੁਸੀਂ ਇੰਡੀਅਨ ਹੀ ਲੱਗਦਾ ਵੈਸੇ ਮੈਨੂੰ ਸ਼ਕਲੋਂ ਦਾ। ਹਾਂਜੀ ਅਸੀਂ ਇੱਥੋਂ ਹੀ ਗਏ ਹਾਂ ਜੀ। ਮੈਂ ਕਿਹਾ ਪਰ ਤੁਸੀਂ ਤੁਹਾਡੇ ਡੰਡਾ ਚੜ੍ਹਦਾ ਤਾਂ ਤੁਸੀਂ ਇੱਦਾਂ ਕੇਲੇ ਦੇ ਛਿੱਲਣ ਸਿੱਟਦੇ ਹੋ, ਉੱਥੇ ਤਾਂ ਨਹੀਂ ਸਿੱਟ ਸਕਦੇ। ਮੈਂ ਕਿਹਾ ਹੈ ਨਾ, ਮੈਂ ਕਿਹਾ ਤੁਸੀਂ ਭਲੇ ਮਾਨਸ ਬਣ ਕੇ ਉਹਨਾਂ ਨੂੰ ਚੱਕ ਲਓ ਤੇ ਚੱਕ ਕੇ ਬਾਹਰ ਛੱਡ ਦਿਓ। ਕਹਿੰਦੇ ਹੁਣ ਧਰਤੀ ਵੀ ਇੱਦਾਂ ਦੀਆਂ ਨੇ, ਇੱਥੇ ਆ ਕੇ ਫਿਰ ਅਸੀਂ ਉੱਦਾਂ ਦੇ ਹੋ ਜੇ ਤਾਂ ਕਹਿੰਦੇ ਇੱਥੇ ਗ੍ਰੈਵਿਟੇਸ਼ਨਲ ਪੁੱਲ ਜ਼ਿਆਦਾ ਆ, ਹਰ ਸਮਾਨ ਹੱਥੋਂ ਹੀ ਖੋ ਲੈਂਦਾ ਆ। ਥੋੜ੍ਹਾ ਜਿਹਾ ਨਾ ਸਾਨੂੰ, ਮੈਂ ਸਾਰੇ ਭਰਾ ਸਾਡੇ ਇੱਥੇ ਕੋਲ ਖੜੇ ਆ, ਮਹਿਸੂਸ ਨਾ ਕਰਨ, ਸਾਨੂੰ ਥੋੜ੍ਹੀ ਜਿਹੀ ਨਾ ਪੁਸ਼ ਕਰਨ ਦੀ ਲੋੜ ਆ। ਇਹ ਸਾਨੂੰ ਥੋੜ੍ਹੀ ਜਿਹੀ ਜ਼ਰੂਰਤ ਆ ਕਿ ਸਾਨੂੰ ਥੋੜ੍ਹਾ ਪੁਸ਼ ਕੀਤਾ ਜਾਵੇ ਤੇ ਅਸੀਂ ਡਿਜੀਟਲ ਬਣ ਸਕੀਏ। ਇਹ ਸ਼ਹਿਰ ਨਹੀਂ ਸਾਨੂੰ ਬਟ ਇਹੀ ਹੈ ਕਿ ਅਸੀਂ ਆਪਣੇ ਦੇਸ਼ ਨੂੰ ਆਪ ਸੁਧਾਰਨਾ ਹੁੰਦਾ, ਆਪਣੇ ਦੇਸ਼ ਨੂੰ ਆਪ ਵਧੀਆ ਬਣਾਉਣਾ ਹੁੰਦਾ। ਸੋ ਸਾਡੀ ਇਹੀ ਅਪੀਲ ਆ ਬੇਸਿਕਲੀ ਚੈਨਲ ਵੱਲੋਂ ਕਿ ਆਪਾਂ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਕੇ ਇੱਕ ਵਧੀਆ ਸਰਕਾਰ ਨੂੰ ਆਪਣੇ ਸੂਬੇ ਵਿੱਚ ਲਿਆਉਣਾ, ਸੋ ਦੈਟ ਆਪਣਾ ਭਵਿੱਖ, ਆਪਣੇ ਬੱਚਿਆਂ ਦਾ ਭਵਿੱਖ, ਸਾਡੇ ਰਿਸ਼ਤੇਦਾਰਾਂ ਦਾ ਭਵਿੱਖ, ਸਾਡੇ ਦੇਸ਼ ਦਾ ਭਵਿੱਖ ਵਧੀਆ ਬਣ ਸਕੇ। ਸਰ ਮੈਂ ਲਾਸਟ ਚਾਹੂੰਗਾ ਕਿ ਇੱਕ ਜ਼ਰੂਰ ਮਤਲਬ ਕਿ ਸੋ ਦੈਟ ਕਿ ਇਲੈਕਸ਼ਨਸ ਨੂੰ ਲੈ ਕੇ ਆਪਾਂ ਲੋਕਾਂ ਦੀ ਕਨਫਿਊਜ਼ਨ ਦੂਰ ਹੋ ਜਾਵੇ ਜਾਂ ਆਪਾਂ ਕਿਸ ਤਰੀਕੇ ਨਾਲ ਵੋਟ ਪਾਈਏ, ਇਹ ਜ਼ਰੂਰ ਇੱਕ ਮੋਟੀਵੇਸ਼ਨਲ ਜਿਹਾ ਮੈਸੇਜ। ਸਰ ਮੇਰਾ ਤਾਂ ਵੋਟ ਪਾਉਣ ਨੂੰ ਜੀ ਨਹੀਂ ਕਰਦਾ ਵੈਸੇ ਅਸਲੀਅਤ ਵਿੱਚ, ਬਟ ਸਾਨੂੰ ਪਾਉਣੀ ਪੈਣੀ ਹੈ ਜੀ। ਨਹੀਂ ਦੇਖੋ ਪਾਓ, ਨੋਟਾਂ ਨੂੰ ਪਾਓ। ਨੋਟਾਂ ਨਹੀਂ। ਪਹਿਲਾਂ ਤਾਂ ਸਾਡੀ ਇਹ ਡਿਮਾਂਡ ਆ ਕਿ ਵੈਲਿਡ ਪੇਪਰ 'ਤੇ ਵੋਟਾਂ ਪੈਣ, ਕੋਈ ਮਸ਼ੀਨਾਂ ਨਾ ਚੱਲਣ। ਮਸ਼ੀਨੀ ਯੁੱਗ ਨਹੀਂ ਹੋਣਾ ਚਾਹੀਦਾ, ਵੈਲਿਡ ਪੇਪਰ 'ਤੇ ਵੋਟਸ ਹੋਣ ਤਾਂ ਕਿ ਸੱਚਾਈ ਸਾਰਿਆਂ ਦੇ ਸਾਹਮਣੇ ਆ ਸਕੇ। ਹੁਣ ਪਿਛਲੇ ਦੇਖ ਲਓ ਪੰਚਾਇਤੀ ਇਲੈਕਸ਼ਨਾਂ 'ਚ ਕੀ ਹੋਇਆ, ਇੰਨੀਆਂ ਗੋਲੀਆਂ ਚੱਲੀਆਂ, ਕਿਸੇ ਨੇ ਕੋਈ ਪਰਚੇ ਦਾਖਲ ਕੀਤੇ, ਕੋਈ ਕੀਤਾ? ਜਿਹਦੀ ਸਰਕਾਰ ਉਹਦਾ ਹੀ ਰਾਜ, ਉਹ ਜੋ ਮਰਜ਼ੀ ਕਰੀ ਜਾਣ, ਕਿਸੇ ਨੇ ਪੁੱਛਗਿੱਛ ਨਹੀਂ ਕਰਨੀ ਜੀ। ਸੋ ਅੱਜ ਅਸੀਂ ਜਲੰਧਰ ਕੈਂਟ ਦੀ ਮਾਰਕੀਟ ਵਿੱਚ ਸਰਵੇ ਕੀਤਾ, ਲੋਕਾਂ ਨਾਲ ਗੱਲਾਂਬਾਤਾਂ ਕੀਤੀਆਂ। ਸੋ ਬੜੀ ਸਿਆਣੇ ਨੇ ਬਹੁਤ ਇੱਕ ਸੇਧ ਵਾਲੀ ਗੱਲ ਦੱਸੀ, ਉਹਨਾਂ ਨੇ ਬਹੁਤ ਤਜਰਬੇ ਵਾਲੀ ਗੱਲ ਦੱਸੀ ਕਿ ਆਪਾਂ ਆਪਣੀ ਵੋਟ ਨੂੰ ਕਿਵੇਂ ਇਸਤੇਮਾਲ ਕਰਕੇ ਇੱਕ ਵਧੀਆ ਸਪਸ਼ਟ ਬੰਦੇ ਨੂੰ ਆਪਣੇ ਸੂਬੇ ਦੇ ਵਿੱਚ ਲੈ ਕੇ ਆਉਣਾ, ਸੋ ਦੈਟ ਆਪਣਾ ਤੇ ਆਪਣੇ ਸਾਰਿਆਂ ਦਾ ਸੁਧਾਰ ਹੋ ਸਕੇ। ਸੋ ਸ਼ੋਅ ਲੈ ਕੇ ਫਿਰ ਹਾਜ਼ਰ ਹੋਵਾਂਗੇ। ਇਸ ਵਾਰ ਕਿਹੜੀ ਸਰਕਾਰ ਸ਼ੋਅ ਸਪਾਂਸਰਡ ਬਾਈ ਬ੍ਰਿਟਿਸ਼ ਆਇਲਸ ਅਕੈਡਮੀ, ਡਿਫੈਂਸ ਕਲੋਨੀ ਜਲੰਧਰ। ਧੰਨਵਾਦ।